ਏਕਾਧਿਕਾਰ ਵਿੱਚ ਕੀਮਤ ਅਤੇ ਉਤਪਾਦਨ। ਅੱਜ ਅਸੀਂ ਦੇਖਾਂਗੇ ਕਿ ਮੋਨੋਪੋਲੀ ਦੇ ਵਿੱਚ ਪ੍ਰਾਈਸ ਤੇ ਆਊਟਪੁੱਟ ਡਿਟਰਮੀਨੇਸ਼ਨ ਕਿਵੇਂ ਹੁੰਦਾ, ਜਿਵੇਂ ਕਿ ਆਪਾਂ ਨੇ ਪਹਿਲਾਂ ਦੇਖਿਆ ਸੀ ਇਸ ਤੋਂ ਪਹਿਲਾਂ ਪਾਰਟ 1 ਦੇ ਵਿੱਚ ਕਿ ਵਾਟ ਇਜ਼ ਮੋਨੋਪੋਲੀ, ਮੋਨੋਪੋਲੀ ਕੀ ਸੀ ਤੇ ਫੀਚਰਸ ਆਫ ਮੋਨੋਪੋਲੀ। ਤੇ ਉਸ ਤੋਂ ਬਾਅਦ ਆਪਾਂ ਨੇ ਦੇਖਿਆ ਸੀਗਾ ਕਿ ਜਿਹੜਾ ਇਕੁਇਲਿਬਰੀਅਮ ਪ੍ਰਾਈਸ ਹੈ ਤੇ ਆਊਟਪੁੱਟ ਹੈ, ਉਹਦੇ ਲਈ ਆਪਾਂ ਨੇ 2 ਅਪਰੋਚਸ ਕੀਤੀਆਂ ਸੀਗੀਆਂ, total cost and total revenue approach and marginal cost and marginal revenue approach। ਸਭ ਤੋਂ ਪਹਿਲਾਂ ਆਪਾਂ ਨੇ ਦੇਖਿਆ ਸੀ ਮੋਨੋਪੋਲੀ। ਤਾਂ ਅੰਗਰੇਜ਼ੀ ਭਾਸ਼ਾ ਦਾ ਸ਼ਬਦ ਜਿਹੜਾ ਮੋਨੋਪੋਲੀ ਹੈ, ਦੋ ਸ਼ਬਦਾਂ ਦੇ ਸਮੂਹ ਅਰਥਾਤ ਮੋਨੋ ਅਤੇ ਪੋਲੀ ਤੋਂ ਬਣਿਆ ਹੈ। ਮੋਨੋ ਦਾ ਅਰਥ ਹੈ ਸਿੰਗਲ ਅਰਥਾਤ ਇੱਕ ਫਰਮ, ਅਤੇ ਪੋਲੀ ਦਾ ਅਰਥ ਹੈ ਨਿਯੰਤਰਣ। ਆਪਾਂ ਨੇ ਇਸ ਤੋਂ ਪਹਿਲਾਂ ਦੇਖਿਆ ਸੀ ਕਿ ਜਿਹੜੀ ਆਪਣੀ ਮੋਨੋਪੋਲੀ ਹੈ ਉਹਦੇ ਵਿੱਚ ਸਿਰਫ ਇੱਕੋ ਫਰਮ ਹੁੰਦੀ ਹੈ, ਇੱਕੋ ਜਿਹੜਾ ਇਹ ਸੈਲਰ ਹੁੰਦਾ ਹੈ, ਉਹਦਾ ਆਪਣੀ ਆਊਟਪੁੱਟ ਤੇ ਪੂਰਾ ਕੰਟਰੋਲ ਹੁੰਦਾ ਤੇ ਪ੍ਰਾਈਸ ਤੇ ਵੀ ਕੰਟਰੋਲ ਹੁੰਦਾ ਹੈ। ਤੇ ਪਰਿਭਾਸ਼ਾ ਸੀ ਏਕਾਧਿਕਾਰ ਉਹ ਬਾਜ਼ਾਰ ਹੈ ਜਿਸ ਵਿੱਚ ਕਿਸੇ ਵਸਤੂ ਦਾ ਕੇਵਲ ਇੱਕ ਹੀ ਵਿਕਰੇਤਾ ਹੁੰਦਾ ਹੈ। ਉਹ ਜਿਸ ਵਸਤੂ ਦਾ ਉਤਪਾਦਨ ਕਰਦਾ ਹੈ ਉਸਦੇ ਨਜ਼ਦੀਕੀ ਪ੍ਰਤਿਸਥਾਪਨ ਨਹੀਂ ਹੁੰਦੇ, ਹੋਰ ਫਰਮਾਂ ਦੇ ਪ੍ਰਵੇਸ਼ ਉੱਤੇ ਰੋਕ ਹੁੰਦੀ ਹੈ। ਜਿਵੇਂ ਕਿ ਆਪਣੇ ਡਿਫਰੈਂਟ ਟਾਈਪਸ ਆਫ ਫਰਮ ਕੀਤਾ, ਪਰਫੈਕਟ ਕੰਪੀਟੀਸ਼ਨ ਦੇਖਿਆ, ਉਹਦੇ ਵਿੱਚ ਸਾਰੀਆਂ ਫਰਮਸ ਨਿਊ ਐਂਟਰ ਵੀ ਹੋ ਸਕਦੀਆਂ ਨੇ, ਪੁਰਾਣੀਆਂ ਫਰਮਾਂ ਛੱਡ ਕੇ ਵੀ ਜਾ ਸਕਦੀਆਂ ਨੇ। ਲੇਕਿਨ ਮੋਨੋਪੋਲੀ ਦੇ ਵਿੱਚ ਸਿਰਫ ਇੱਕੋ ਫਰਮ ਰਹੇਗੀ, ਨਾ ਹੀ ਤਾਂ ਕੋਈ ਨਿਊ ਫਰਮ ਐਂਟਰ ਹੋਏਗੀ ਤੇ ਨਾ ਹੀ ਕੋਈ ਪੁਰਾਣੀ ਫਰਮ ਛੱਡ ਕੇ ਜਾਏਗੀ, ਕਿਉਂਕਿ ਪੁਰਾਣੀ ਸਿਰਫ ਇੱਕੋ ਫਰਮ ਹੈ। ਠੀਕ ਹੈ। ਤੇ ਕੋਈ ਵੀ ਮੋਨੋਪੋਲੀ ਦੇ ਵਿੱਚ ਜਿਹੜੀ ਇੱਕ ਫਰਮ ਜਾਂ ਸੈਲਰ ਦੇ ਦੁਆਰਾ ਗੁੱਡਸ ਨੂੰ ਪ੍ਰੋਡਿਊਸ ਕੀਤਾ ਜਾਂਦਾ ਹੈ ਤਾਂ ਉਹਦਾ ਵੀ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੁੰਦਾ। ਉਹ ਇੱਕ ਡਿਫਰੈਂਟ ਤਰ੍ਹਾਂ ਦੀ ਜਿਹੜੀ ਗੁੱਡ ਹੈ ਉਹਨੂੰ ਇੱਕ ਹੀ ਵਿਕਰੇਤਾ ਕੀ ਕਰਦਾ ਹੈ, ਪ੍ਰੋਡਿਊਸ ਕਰਦਾ ਹੈ, ਉਹਦੀ ਪ੍ਰੋਡਕਸ਼ਨ ਕਰਦਾ। ਤਾਂ ਫੀਚਰਸ ਕੀ ਸੀਗੇ, ਇੱਕ ਵਿਕਰੇਤਾ ਅਤੇ ਖਰੀਦਣ ਵਾਲਿਆਂ ਦੀ ਜ਼ਿਆਦਾ ਸੰਖਿਆ, ਵੇਚਣ ਵਾਲਾ ਸਿਰਫ ਮਾਰਕੀਟ ਦੇ ਵਿੱਚ ਇੱਕ ਜਿਹਦੀ ਮੋਨੋਪੋਲੀ ਹੈ, ਐਂਡ ਜਿਹੜੇ ਬਾਇਰਸ ਨੇ ਬਹੁਤ ਸਾਰੇ ਹੋਣਗੇ, ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੋਏਗਾ ਗੁੱਡ ਦਾ, ਅਲੱਗ ਤਰ੍ਹਾਂ ਦੀ ਗੁੱਡ ਨੂੰ ਪ੍ਰੋਡਿਊਸ ਕੀਤਾ ਜਾਏਗਾ। ਨਵੀਆਂ ਫਰਮਾਂ ਨਹੀਂ ਆ ਸਕਦੀਆਂ, ਨਿਊ ਫਰਮਸ ਦੀ ਐਂਟਰੀ ਤੇ ਰੋਕ ਹੈ। ਫਰਮ ਤੇ ਉਦਯੋਗ ਵਿੱਚ ਕੋਈ ਵੀ ਅੰਤਰ ਨਹੀਂ ਹੈ, ਇੱਕੋ ਆਪਣੀ ਫਰਮ ਹੈ, ਉਹੀ ਕੀ ਹੈ, ਉਦਯੋਗ ਹੈ। ਕੀਮਤ ਨਿਰਧਾਰਕ ਕਹਿੰਦੇ ਜਿਹੜੀ ਫਰਮ ਹੁੰਦੀ ਹੈ, ਸੈਲਰ ਹੁੰਦਾ ਇੱਕ ਮਾਰਕੀਟ ਦੇ ਵਿੱਚ ਜੋ ਆਪਣੇ ਪ੍ਰੋਡਕਟ ਨੂੰ ਪ੍ਰੋਡਿਊਸ ਕਰਦਾ, ਉਹੀ ਆਪਣੀ ਪ੍ਰੋਡਕਸ਼ਨ ਦੀ ਜਿਹੜੀ ਪ੍ਰਾਈਸ ਹੈ ਉਹ ਫਿਕਸ ਕਰਦਾ, ਜਿਸਦੀ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਇੰਡਸਟਰੀ ਦੁਆਰਾ ਫਿਕਸ ਕੀਤੀ ਗਈ ਸੀ। ਹੁਣ ਇੱਥੇ ਇੰਡਸਟਰੀ ਤੇ ਫਰਮ ਇੱਕੋ ਆਪਣੀ ਫਰਮ ਹੈ, ਇੱਕੋ ਸੈਲਰ ਹੈ, ਠੀਕ ਹੈ, ਉਹੀ ਇੰਡਸਟਰੀ ਦੇ ਵਿੱਚ ਆਏਗਾ। ਤੇ ਜਿਹੜੀ ਆਪਣੀ ਇਹਦੇ ਵਿੱਚ ਮਾਰਜਨਲ ਕਾਸਟ ਤੇ ਮਾਰਜਨਲ ਰੈਵਨਿਊ ਕਰਵ ਹੁੰਦੀ ਹੈ, ਉਹ ਕੀ ਹੁੰਦੀ ਹੈ, ਲੈਫਟ ਰਾਈਟ ਡਾਊਨਵਰਡ ਹੁੰਦੀ ਹੈ, ਜਦਕਿ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਐਕਸ ਐਕਸਿਸ ਦੇ ਪੈਰਲਲ ਹੁੰਦੀ ਸੀ। ਇੱਥੇ ਐਮ ਆਰ ਤੇ ਜਿਹੜੀ ਆਪਣੀ ਐਮ ਆਰ ਤੇ ਏਅਰ ਕਰਵ ਹੈ, ਲੈਫਟ ਰਾਈਟ ਡਾਊਨਵਰਡ ਹੋਏਗੀ। ਕੀਮਤ ਵਿਭੇਦ ਸੰਭਵ ਹੈ, ਮਤਲਬ ਮੋਨੋਪੋਲੀ ਦੇ ਵਿੱਚ ਜਿਹੜੀ ਇੱਕ ਫਰਮ ਗੁੱਡਸ ਨੂੰ ਪ੍ਰੋਡਿਊਸ ਕਰਦੀ ਆ, ਉਹ ਉਸ ਪ੍ਰੋਡਕਸ਼ਨ ਦੇ ਡਿਫਰੈਂਟ ਜਿਹੜੇ ਪ੍ਰਾਈਸਿਸ ਨੇ ਚਾਰਜ ਕਰ ਸਕਦੀ ਆ ਡਿਫਰੈਂਟ ਕਸਟਮਰਸ ਨੂੰ। ਤਾਂ ਕੀਮਤ ਵਿਭੇਦ ਹੋ ਸਕਦਾ ਹੈ। ਬੇਲੋਚਦਾਰ ਮੰਗ, ਜਿਹੜੀ ਮੰਗ ਹੈ ਉਹ ਬੇਲੋਚਦਾਰ ਹੁੰਦੀ ਹੈ। ਵਸਤੂ ਦੀ ਪੂਰਤੀ ਤੇ ਪੂਰਾ ਨਿਯੰਤਰਣ ਹੁੰਦਾ ਹੈ। ਇੱਕ ਫਰਮ ਆਪਣੇ ਅਕੋਰਡਿੰਗ ਜਿਹੜੀ ਹੈ ਪ੍ਰੋਡਕਸ਼ਨ ਉਹਨੂੰ ਇਨਕਰੀਜ਼ ਡਿਕਰੀਜ਼ ਕਰ ਸਕਦੀ ਹੈ ਮੋਨੋਪੋਲੀ ਦੇ ਅੰਡਰ। ਦੀਰਘਕਾਲ ਦੇ ਵਿੱਚ ਅਸਮਾਨ ਲਾਭ ਮੀਨ ਸੁਪਰ ਨਾਰਮਲ ਪ੍ਰੋਫਿਟ ਹੁੰਦਾ ਹੈ ਮੋਨੋਪੋਲੀ ਵਾਲੀ ਫਰਮ। ਇਹ ਤਾਂ ਸੀਗੇ ਆਪਣੇ ਫੀਚਰਸ। ਐਂਡ ਉਸ ਤੋਂ ਬਾਅਦ ਪੋਜੀਸ਼ਨਸ ਅੰਡਰ ਲਾਅ ਆਫ ਰਿਟਰਨ ਸੀਗਾ ਕਿ ਆਪਣੀ ਜਿਹੜੀ ਲਾਅ ਆਫ ਰਿਟਰਨਸ ਨੇ, ਜਿਵੇਂ ਕਿ ਇਨਕਰੀਜ਼ਿੰਗ ਰਿਟਰਨਸ ਐਂਡ ਡਿਮਿਨਿਸ਼ਿੰਗ ਕਾਸਟ, ਐਂਡ ਉਸ ਤੋਂ ਬਾਅਦ ਡਿਮਿਨਿਸ਼ਿੰਗ ਰਿਟਰਨਸ ਐਂਡ ਇਨਕਰੀਜ਼ਿੰਗ ਕਾਸਟ, ਤੇ ਉਸ ਤੋਂ ਬਾਅਦ ਇਨਕਰੀਜ਼ਿੰਗ ਕਾਂਸਟੈਂਟ ਰਿਟਰਨਸ ਐਂਡ ਕਾਂਸਟੈਂਟ ਕਾਸਟ। 3 ਟਾਈਪਸ ਆਫ ਲਾਅ ਸੀ ਜਿਹੜੇ ਆਪਾਂ ਨੇ ਦੇਖੇ ਸੀ। ਤਾਂ ਮੋਨੋਪੋਲੀ ਦੇ ਵਿੱਚ ਵੀ ਇਹ ਤਿੰਨੇ ਲਾਅ ਨੇ ਜਿਹੜੇ ਅਪਲਾਈ ਹੁੰਦੇ ਨੇ। ਮੋਨੋਪੋਲੀ ਦੇ ਵਿੱਚ ਜਦੋਂ ਕੋਈ ਵੀ ਫਰਮ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦੀ ਆ ਤਾਂ ਇਹ ਤਿੰਨੇ ਲਾਅਸ ਅਪਲਾਈ ਹੋਣਗੇ। ਜਿਵੇਂ ਕਿ ਫਰਸਟ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ, ਇਹਦੇ ਵਿੱਚ ਕੀ ਆ, ਆਪਣੀ ਆਊਟਪੁੱਟ ਡਿਮਿਨਿਸ਼ਿੰਗ ਹੋ ਰਹੀ ਹੈ। ਜਿਵੇਂ ਆਪਾਂ ਇਨਪੁਟਸ ਨੂੰ ਯੂਜ਼ ਕਰਦੇ ਆ, ਵਧਾਉਂਦੇ ਆ, ਤਾਂ ਆਊਟਪੁੱਟ ਆਪਣੀ ਉਸ ਤੋਂ ਘੱਟ ਹੋਏਗੀ ਤੇ ਕਾਸਟ ਆਪਣੀ ਉਸ ਤੇ ਕੀ ਹੋਏਗੀ, ਇਨਕਰੀਜ਼ ਹੋਏਗੀ। ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ, ਉਹ ਐਕਸ ਤੇ ਆਊਟਪੁੱਟ ਦਿਖਾਈ ਹੋਈ ਹੈ, ਉਹ ਵਾਈ ਤੇ ਕਾਸਟ ਦਿਖਾਈ ਹੋਈ ਹੈ। ਜਿਹੜੀ ਮੋਨੋਪੋਲੀ ਦੇ ਵਿੱਚ ਫਰਮ ਦੀ ਪ੍ਰੋਡਕਸ਼ਨ ਦੀ ਕਾਸਟ ਹੈ ਉਹ ਮਾਰਜਨਲ ਕਾਸਟ ਤੇ ਐਵਰੇਜ ਕਾਸਟ ਹੈ। AC ਇਜ਼ ਦਾ ਐਵਰੇਜ ਕਾਸਟ ਐਂਡ MC ਇਜ਼ ਦਾ ਮਾਰਜਨਲ ਕਾਸਟ। ਉਹ ਕੀ ਹੈ, ਲੈਫਟ ਰਾਈਟ ਅਪਵਰਡ ਹੈ, ਜੋ ਕੀ ਦੱਸ ਰਹੀਆਂ ਨੇ, ਇਨਕਰੀਜ਼ ਇਨ ਕਾਸਟ ਦੱਸ ਰਹੀਆਂ ਨੇ।
कि ਜਿਹੜੀ ਆਪਣੀ ਪ੍ਰੋਡਕਸ਼ਨ ਹੈ ਉਹ ਤਾਂ ਆਊਟਪੁੱਟ ਤਾਂ ਘੱਟ ਹੋ ਰਹੀ ਹੈ ਲੇਕਿਨ ਉਸ ਤੇ ਕਾਸਟ ਜ਼ਿਆਦਾ ਇਨਕਰੀਜ਼ ਹੋ ਰਹੀ ਹੈ। ਜਦੋਂ ਆਪਾਂ ਆਊਟਪੁੱਟ ਇਨਕਰੀਜ਼ ਕਰਦੇ ਹਾਂ ਤਾਂ ਕਾਸਟ ਵੀ ਆਪਣੀ ਇਸ ਦੇ ਵਿੱਚ ਕੀ ਹੋਏਗੀ, ਇਨਕਰੀਜ਼ ਹੋਏਗੀ। ਦਿਸ ਇਜ਼ ਲਾਅ ਆਫ ਡਿਮਿਨਿਸ਼ਿੰਗ ਰਿਟਰਨਸ ਐਂਡ ਇਨਕਰੀਜ਼ਿੰਗ ਕਾਸਟ। ਕਾਸਟ ਇਹਦੇ ਵਿੱਚ ਇਨਕਰੀਜ਼ ਹੋਏਗੀ ਮੋਨੋਪੋਲੀ ਦੇ ਵਿੱਚ। ਐਂਡ ਦੂਸਰਾ ਲਾਅ ਆਫ ਇਨਕਰੀਜ਼ਿੰਗ ਰਿਟਰਨਸ ਐਂਡ ਡਿਮਿਨਿਸ਼ਿੰਗ ਕਾਸਟ, ਜਦੋਂ ਕਹਿੰਦੇ ਮੋਨੋਪੋਲੀ ਦੇ ਵਿੱਚ ਇੱਕ ਫਰਮ ਆਪਣੇ ਪ੍ਰੋਫਿਟ ਨੂੰ ਦੇਖਦੀ ਹੋਈ ਆਪਣੀ ਪ੍ਰੋਡਕਸ਼ਨ ਨੂੰ ਇਨਕਰੀਜ਼ ਕਰਦੀ ਆ ਤਾਂ ਉਹ ਜਿੰਨੀ ਆਪਣੀ ਆਊਟਪੁੱਟ ਇਨਕਰੀਜ਼ ਕਰੇਗੀ ਉਸ ਦੇ ਨਾਲੋਂ ਜਿਹੜੀ ਉਸ ਤੇ ਕਾਸਟ ਆ ਰਹੀ ਹੈ ਉਹ ਕੀ ਆਏਗੀ, ਘੱਟ ਆਏਗੀ। ਮੀਨਸ ਆਊਟਪੁੱਟ ਜ਼ਿਆਦਾ ਤੇ ਕਾਸਟ ਘੱਟ। ਇਨਕਰੀਜ਼ਿੰਗ ਰਿਟਰਨਸ ਐਂਡ ਡਿਮਿਨਿਸ਼ਿੰਗ ਕਾਸਟ, ਆਪਣੀ ਜਿਹੜੀ ਐਵਰੇਜ ਕਾਸਟ ਅਤੇ ਮਾਰਜਨਲ ਕਾਸਟ ਹੈ ਜਿਵੇਂ ਜਿਵੇਂ ਆਪਾਂ ਪ੍ਰੋਡਕਸ਼ਨ ਕਰਾਂਗੇ ਉਹ ਆਪਣੀ ਕੀ ਹੋਏਗੀ, ਡਿਕਰੀਜ਼ ਹੋਏਗੀ। ਠੀਕ ਹੈ, ਤਾਂ ਇੱਥੇ ਕਹਿੰਦੇ ਇਹ ਵਾਲਾ ਲਾਅ ਵੀ ਅਪਲਾਈ ਹੁੰਦਾ ਜਿਵੇਂ ਕਿ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ। ਉਹ ਐਕਸ ਤੇ ਆਊਟਪੁੱਟ ਦਿਖਾਈ ਹੋਈ ਹੈ, ਉਹ ਵਾਈ ਤੇ ਕਾਸਟ ਦਿਖਾਈ ਹੋਈ ਹੈ। ਏ ਸੀ ਐਵਰੇਜ ਕਾਸਟ, ਐਮ ਸੀ ਮਾਰਜਨਲ ਕਾਸਟ। ਐਵਰੇਜ ਕਾਸਟ ਤੇ ਮਾਰਜਨਲ ਕਾਸਟ ਦੋਨੇ ਘਟ ਰਹੇ ਨੇ ਜਿਵੇਂ ਜਿਵੇਂ ਆਪਾਂ ਆਊਟਪੁੱਟ ਇਨਕਰੀਜ਼ ਕਰ ਰਹੇ ਹਾਂ ਥਰੂ ਦਾ ਮੋਨੋਪੋਲੀ ਫਰਮ। ਠੀਕ ਹੈ, ਤਾਂ ਐਮ ਸੀ ਜਿਹੜੀ ਮਾਰਜਨਲ ਕਾਸਟ ਹੈ ਐਵਰੇਜ ਕਾਸਟ ਦੇ ਨਾਲੋਂ ਜ਼ਿਆਦਾ ਕੀ ਹੈ, ਫਾਲ ਕਰ ਰਹੀ ਹੈ। ਤਾਂ ਦੋਨਾਂ ਦੇ ਵਿੱਚ ਕਾਸਟ ਦੇ ਵਿੱਚ ਫਾਲ ਹੋ ਰਿਹਾ ਜਿਵੇਂ ਜਿਵੇਂ ਆਊਟਪੁੱਟ ਇਨਕਰੀਜ਼ ਹੋ ਰਹੀ ਹੈ। ਇੱਥੇ ਆਊਟਪੁੱਟ ਜ਼ਿਆਦਾ ਹੋ ਰਹੀ ਹੈ, ਕਾਸਟ ਘੱਟ ਆ ਰਹੀ ਹੈ। ਲਾਅ ਆਫ ਇਨਕਰੀਜ਼ਿੰਗ ਰਿਟਰਨਸ ਐਂਡ ਡਿਮਿਨਿਸ਼ਿੰਗ ਕਾਸਟ ਕਹਿੰਦੇ ਮੋਨੋਪੋਲੀ ਦੇ ਵਿੱਚ ਅਪਲਾਈ ਹੋ ਸਕਦਾ ਹੈ। ਉਸ ਤੋਂ ਬਾਅਦ ਸੀਗੇ ਕਾਂਸਟੈਂਟ ਰਿਟਰਨਸ ਐਂਡ ਕਾਂਸਟੈਂਟ ਕਾਸਟ, ਕੀ ਚਾਹੇ ਤਾਂ ਆਪਾਂ ਆਊਟਪੁੱਟ ਡਿਕਰੀਜ਼ ਕਰੀਏ, ਮੋਨੋਪੋਲੀ ਫਰਮ ਆਊਟਪੁੱਟ ਡਿਕਰੀਜ਼ ਕਰੇ ਚਾਹੇ ਆਊਟਪੁੱਟ ਇਨਕਰੀਜ਼ ਕਰੇ ਤਾਂ ਉਹਦੀ ਜਿਹੜੀ ਕਾਸਟ ਹੈ ਉਹ ਕਾਂਸਟੈਂਟ ਰਹੇਗੀ। ਕਾਸਟ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਚੇਂਜ ਨਹੀਂ ਹੋਏਗਾ, ਉਹ ਕਾਂਸਟੈਂਟ ਰਿਟਰਨ ਤੇ ਕਾਂਸਟੈਂਟ ਕਾਸਟ ਜਿਹੜਾ ਹੈ ਲਾਅ ਹੈ। ਤਾਂ ਮੋਨੋਪੋਲੀ ਦੇ ਵਿੱਚ 3 ਬੇਸਿਕ ਅਜ਼ੰਪਸ਼ਨਸ ਨੇ। ਫਰਸਟ ਇਜ਼ ਅਧਿਕਤਮ ਲਾਭ, ਕਹਿੰਦੇ ਮੈਕਸਿਮਮ ਸੈਟਿਸਫੈਕਸ਼ਨ ਗੇਨ ਕਰਨਾ। ਮੋਨੋਪੋਲੀ ਫਰਮ ਆ ਜਿਹੜੀ ਉਹ ਗਵਰਨਮੈਂਟ ਦੀ ਅਥਾਰਟੀ ਲੈ ਕੇ, ਪੇਟੈਂਟ ਰਾਈਟ ਲੈ ਕੇ, ਲਾਇਸੈਂਸ ਲੈ ਕੇ ਆਪਣਾ ਬਿਜ਼ਨਸ ਸਟਾਰਟ ਕਰਦੀ ਆ। ਉਹ ਬਿਜ਼ਨਸ ਸਟਾਰਟ ਅਲੱਗ ਵੇ ਦੇ ਨਾਲ ਕਰਦੀ ਹੈ, ਦੂਸਰਿਆਂ ਤੋਂ ਡਿਫਰੈਂਟ ਪ੍ਰੋਡਕਟ ਨੂੰ ਪ੍ਰੋਡਿਊਸ ਕਰਦੀ ਹੈ ਤੇ ਪੈਸਾ ਵੀ ਬਹੁਤ ਜ਼ਿਆਦਾ ਇਨਵੈਸਟ ਕਰਦੀ ਆ। ਤਾਂ ਉਹਦਾ ਮੇਨ ਏਮ ਕੀ ਆ, ਪ੍ਰੋਫਿਟ ਮੈਕਸਿਮਾਈਜੇਸ਼ਨ, ਆਪਣੇ ਪ੍ਰੋਫਿਟ ਨੂੰ ਇਨਕਰੀਜ਼ ਕਰਨਾ ਹੈ। ਐਂਡ ਨਜ਼ਦੀਕੀ ਪ੍ਰਤਿਸਥਾਪਨ ਦਾ ਨਾ ਹੋਣਾ। ਹੁਣ ਮੋਨੋਪੋਲੀ ਫਰਮ ਜਿਸ ਵੀ ਗੁੱਡ ਨੂੰ ਪ੍ਰੋਡਿਊਸ ਕਰੇਗੀ ਉਹਦਾ ਵੀ ਕੋਈ ਕਲੋਜ਼ ਸਬਸਟੀਟਿਊਸ਼ਨ ਨਹੀਂ ਹੋਏਗਾ। ਜਿਵੇਂ ਕਿ ਮੋਨੋਪੋਲੀ ਦੇ ਅੰਡਰ 2 ਐਗਜ਼ਾਮਪਲਸ ਨੇ। ਇਲੈਕਟ੍ਰਿਸਿਟੀ ਬੋਰਡ ਜਿਸ ਏਜੰਸੀ ਦੇ ਅੰਡਰ ਹੈ ਉਹ ਉਸ ਦੇ ਅੰਡਰ ਹੀ ਰਹੇਗਾ, ਕੋਈ ਹੋਰ ਏਜੰਸੀ ਇਲੈਕਟ੍ਰਿਸਿਟੀ ਬੋਰਡ ਨੂੰ ਆਪਣੇ ਕੰਟਰੋਲ ਅੱਗੇ ਨਹੀਂ ਕਰ ਸਕਦੀ। ਐਂਡ ਜਿਵੇਂ ਕਿ ਰੇਲਵੇ ਲਾਈਨ ਹੈ, ਆਪਣੀ ਟ੍ਰੇਨਿੰਗ ਸਿਸਟਮ ਹੈ ਉਹ ਸਾਰਾ ਗਵਰਨਮੈਂਟ ਆਫ ਇੰਡੀਆ ਦੇ ਅੰਡਰ ਹੈ, ਤਾਂ ਇਹ ਕਿਸੇ ਵੀ ਪ੍ਰਾਈਵੇਟ ਜਿਹੜਾ ਹੈ ਸੈਕਟਰ ਉਹਦੇ ਅੰਡਰ ਨਹੀਂ ਆ ਸਕਦਾ, ਇਹ ਗਵਰਨਮੈਂਟ ਦੇ ਅੰਡਰ ਹੀ ਰਹੇਗਾ। ਤਾਂ ਆਪਾਂ ਕਹਿ ਸਕਦੇ ਹਾਂ ਕਿ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਮੋਨੋਪੋਲੀ ਹੈ ਉਹ ਰੇਲਵੇ ਤੇ ਹੈ, ਰੇਲਵੇ ਲਾਈਨ ਤੇ ਹੈ। ਐਂਡ ਨੈਕਸਟ ਇਜ਼ ਬਾਜ਼ਾਰ ਵਿੱਚ ਖਰੀਦਦਾਰਾਂ ਦੀ ਸੰਖਿਆ ਦਾ ਜ਼ਿਆਦਾ ਹੋਣਾ। ਹੁਣ ਦੇਖੋ ਟ੍ਰੇਨਸ ਦੇ ਵਿੱਚ ਡਿਫਰੈਂਟ ਜਿਹੜੇ ਆਪਣੇ ਕਸਟਮਰਸ ਨੇ ਚੜ੍ਹਦੇ ਨੇ, ਠੀਕ ਹੈ, ਬਹੁਤ ਸਾਰੇ ਕਸਟਮਰਸ, ਲਾਰਜ ਨੰਬਰ ਆਫ ਕੀ ਨੇ, ਬਾਇਰਸ ਨੇ। ਐਂਡ ਉਸ ਤੋਂ ਇਲਾਵਾ ਇਲੈਕਟ੍ਰਿਸਿਟੀ ਜੋ ਆਪਾਂ ਨੂੰ ਮਿਲ ਰਹੀ ਹੈ ਉਹ ਵੀ ਸਾਰੇ ਲੋਕਾਂ ਦੇ ਦੁਆਰਾ ਯੂਜ਼ ਕੀਤੀ ਜਾ ਰਹੀ ਹੈ, ਤਾਂ ਇਹਦੇ ਵੀ ਬਾਇਰਸ ਕੀ ਬਹੁਤ ਜ਼ਿਆਦਾ ਨੇ ਜਦਕਿ ਸੈਲਰਸ 1 ਐਂਡ ਬਾਇਰਸ ਲਾਰਜ ਨੰਬਰ ਆਫ ਬਾਇਰਸ। ਇਹ ਆਪਣੀ ਬੇਸਿਕ ਅਜ਼ੰਪਸ਼ਨਸ ਨੇ। ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜੇ ਪੁਆਇੰਟਸ ਕੀਤੇ ਸੀਗੇ, ਤਾਂ ਉਸ ਤੋਂ ਬਾਅਦ ਕੱਲ ਆਪਾਂ ਨੇ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਵੈਰੀ ਸ਼ਾਰਟ ਪੀਰੀਅਡ ਕੀਤਾ ਸੀ ਐਂਡ ਮੋਨੋਪੋਲੀ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਸ਼ਾਰਟ ਪੀਰੀਅਡ ਅੱਜ ਆਪਾਂ ਨੇ ਉਹ ਕਰਨਾ ਹੈ। ਤਾਂ ਥੋੜਾ ਜਿਹਾ ਬੇਸਿਕ ਕੀਤਾ ਸੀ ਆਪਾਂ ਨੇ। ਐਂਡ ਉਸ ਤੋਂ ਬਾਅਦ ਆਪਾਂ ਨੇ ਕੀਤਾ ਸੀ ਟੋਟਲ ਰੈਵਨਿਊ ਐਂਡ ਟੋਟਲ ਕਾਸਟ ਅਪਰੋਚ, ਕੀ TR ਤੇ TC ਦੇ ਥਰੂ ਆਪਾਂ ਆਪਣਾ ਇਕੁਇਲਿਬ੍ਰੀਅਮ ਤੇ ਪ੍ਰਾਈਸ ਡਿਟਰਮੀਨੇਸ਼ਨ ਕਿਵੇਂ ਹੋ ਸਕਦਾ, ਆਪਣਾ ਪ੍ਰੋਫਿਟ ਕਿਵੇਂ ਦੇਖ ਸਕਦੀ ਹੈ ਮੋਨੋਪੋਲੀ ਫਰਮ। ਐਂਡ ਮਾਰਜਨਲ ਰੈਵਨਿਊ ਐਂਡ ਮਾਰਜਨਲ ਕਾਸਟ ਮੈਥਡ ਯੂਜ਼ ਕੀਤਾ ਸੀ। 2 ਅਪਰੋਚਿਸ ਸੀਗੀਆਂ ਜਿਨ੍ਹਾਂ ਦੇ ਥਰੂ ਇਕੁਇਲਿਬ੍ਰੀਅਮ ਦੀ ਪੋਜੀਸ਼ਨ ਦੇਖੀ ਸੀ ਮੋਨੋਪੋਲੀ ਦੇ ਵਿੱਚ। ਐਂਡ ਮੋਨੋਪੋਲੀ ਪ੍ਰਾਈਸ ਡਿਟਰਮੀਨੇਸ਼ਨ ਇਨ ਲੌਂਗ ਰਨ ਜੋ ਆਪਾਂ ਨੇ ਅੱਜ ਕਰਨਾ ਹੈ। ਤਾਂ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਮੋਨੋਪੋਲੀ ਪ੍ਰਾਈਸ ਅੰਡਰ ਵੈਰੀ ਸ਼ਾਰਟ ਪੀਰੀਅਡ। ਇਹਦੇ ਵਿੱਚ ਆਪਾਂ ਨੇ ਦੇਖਿਆ ਸੀਗਾ TR ਅਤੇ MR ਦਾ ਰਿਲੇਸ਼ਨ, ਕਿ ਆਪਣਾ ਜੋ ਮੋਨੋਪੋਲੀ ਫਰਮ ਹੈ ਉਹ ਮੈਕਸਿਮਮ ਪ੍ਰੋਫਿਟ ਕਿੱਥੇ ਅਰਨ ਕਰੇਗੀ, ਵੈਰੀ ਸ਼ਾਰਟ ਪੀਰੀਅਡ ਦੇ ਵਿੱਚ। ਕਹਿੰਦੇ ਵੈਰੀ ਸ਼ਾਰਟ ਪੀਰੀਅਡ ਦੇ ਵਿੱਚ ਉਹਨੂੰ ਕੀ ਹੋ ਸਕਦਾ, ਜਾਂ ਤਾਂ ਲਾਸ ਹੋ ਸਕਦਾ ਜਾਂ ਫਿਰ ਉਹਨੂੰ ਕੀ ਆ ਸੁਪਰਨੋਮਾ ਪ੍ਰੋਫਿਟ ਹੋ ਸਕਦਾ, ਮੀਨਸ ਮੈਕਸਿਮਮ ਪ੍ਰੋਫਿਟ ਹੋ ਸਕਦਾ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਕਸਿਮਮ ਪ੍ਰੋਫਿਟ ਆਪਣਾ ਕਦੋਂ ਹੋਏਗਾ, ਜਦੋਂ TR ਆਪਣੀ ਜ਼ਿਆਦਾ ਹੋਏਗੀ।
ਤਾਂ ਫਸਟ ਡਾਇਗਰਾਮ ਦੇ ਵਿੱਚ OX ਤੇ ਆਊਟਪੁੱਟ ਤੇ OY ਤੇ ਕਾਸਟ ਦਿਖਾਈ ਗਈ ਹੈ ਤੇ TR ਟੋਟਲ ਰਿਵੈਨਿਊ ਔਰਿਜਨ ਤੋਂ ਸਟਾਰਟ ਹੋ ਰਿਹਾ ਹੈ, ਔਰਿਜਨ ਤੋਂ ਹੌਲੀ ਹੌਲੀ ਇਨਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੋ ਰਿਹਾ ਹੈ ਤੇ ਜਿੱਥੇ ON ਆਊਟਪੁੱਟ ਹੋ ਰਹੀ ਹੈ ਉੱਥੇ ਆਪਣਾ TR ਟੋਟਲ ਰਿਵੈਨਿਊ ਆਪਣਾ ਕੀ ਹੈ, ਟੋਟਲ ਜਿਹੜੀ ਇਨਕਮ ਆਮਦਨ ਹੈ ਮੋਨੋਪੋਲੀ ਫਰਮ ਦੀ ਉਹ ਮੈਕਸਿਮਮ ਹੈ। ਮੀਨ ਸੀ ਪੁਆਇੰਟ ਤੇ ਜਿਹੜੀ ਆਪਣੀ ਟੋਟਲ ਰੈਵਨਿਊ ਹੈ ਉਹ ਮੈਕਸਿਮਮ ਹੈ, ਤਾਂ ਇੱਥੇ ਆਪਣਾ ਜਿਹੜਾ ਪ੍ਰੋਡਿਊਸਰ ਹੈ ਸੈਲਰ ਹੈ ਮੋਨੋਪੋਲੀ ਦੇ ਵਿੱਚ ਉਹ ਪ੍ਰੋਫਿਟ ਗੇਨ ਕਰ ਰਿਹਾ ਹੈ। ਇੱਥੇ ਜਿਹੜੀ ਨੀਚੇ ਹੈ ਡਾਇਗਰਾਮ ਉਹਦੇ ਵਿੱਚ OX ਤੇ ਆਊਟਪੁੱਟ OY ਤੇ ਕਾਸਟ ਐਂਡ ਜਿਹੜੀ AR/MR curve है left right downward है, MR curve is the marginal revenue curve and AR curve is the average revenue curve। ਤਾਂ ਜਿੱਥੇ ਆਪਣਾ TRC ਤੇ ਮੈਕਸਿਮਮ ਹੈ ON ਆਊਟਪੁੱਟ ਹੈ ਉੱਥੇ ON ਆਊਟਪੁੱਟ ਤੇ AR ਆਪਣਾ ਜ਼ਿਆਦਾ ਹੈ MR ਦੇ ਨਾਲੋਂ, MR ਆਪਣਾ ਜ਼ੀਰੋ ਹੈ, ਮਾਰਜਨਲ ਰੈਵਨਿਊ ਜ਼ੀਰੋ ਹੈ ਐਂਡ AR ਆਪਣਾ ਪੋਜ਼ਿਟਿਵ ਹੈ। ਐਂਡ ਉਸ ਤੋਂ ਬਾਅਦ ਜਦੋਂ ਆਪਾਂ ਪ੍ਰੋਡਕਸ਼ਨ ਕੋਈ ਵੀ ਪ੍ਰੋਡਿਊਸਰ ਇਨਕਰੀਜ਼ ਕਰਦਾ ਉਹ एन तो ओ एन वन ते तद टी आर अपना उत्थे की हो रहा है डिक्रीज हो रहा है डी पॉइंट ते अपना ए आर भी डिक्रीज हो रहा है एवरेज रेवन्यू भी ते प्राइस भी घट रही है पी तो P1 ठीक है। ते उस तो बाद ਜਿਹੜਾ ਮਾਰਜਨਲ ਰੈਵਨਿਊ ਹੈ ਐਨ ਉਹ ਐਨ ਪ੍ਰੋਡਕਸ਼ਨ ਤੋਂ ਬਾਅਦ ਉਹ ਨੈਗੇਟਿਵ ਹੋ ਰਿਹਾ ਮੀਨਸ ਆਪਾਂ ਨੂੰ ਲਾਸ ਹੋ ਸਕਦਾ ਮੋਨੋਪੋਲੀ ਫਰਮ ਨੂੰ ਅਗਰ ਉਹ ਉਹ ਐਨ ਤੋਂ ਬਾਅਦ ਪ੍ਰੋਡਕਸ਼ਨ ਕਰੇਗੀ ਠੀਕ ਹੈ। ਤਦ ਆਪਾਂ ਕੋਈ ਵੀ ਜਿਹੜਾ ਮੋਨੋਪੋਲੀ ਫਰਮ ਹੈ ਜਾਂ ਪ੍ਰੋਡਿਊਸਰ ਹੈ ठीक है ओ एन तक अपनी प्रोडक्शन इंक्रीज कर सकती है, ओ एन तो बाद प्रोडक्शन इंक्रीज नहीं करेगी। ओ एन ते ਜਿਹੜਾ अपना प्रोड्यूसर है वो मैक्सिमम प्रॉफिट गेन करता, टी आर रिवेन्यू टोटल रिवेन्यू मैक्सिमम है एंड एम आर जीरो है तो ए आर पॉजिटिव है। ਤਾਂ ਇਹ ਵੈਰੀ ਸ਼ਾਰਟ ਪੀਰੀਅਡ ਦੀ ਸਿਚੁਏਸ਼ਨ ਹੈ ਐਂਡ ਮੋਨੋਪੋਲੀ ਪ੍ਰਾਈਸ ਡਿਟਰਮੀਨੇਸ਼ਨ ਅੰਡਰ ਸ਼ਾਰਟ ਪੀਰੀਅਡ ਦੇ ਵਿੱਚ ਟੂ ਅਪਰੋਚ ਜਿਸ ਦੇ ਦੁਆਰਾ ਆਪਾਂ ਨੇ ਦੇਖਿਆ ਸੀ TR ਐਂਡ TC ਐਂਡ ਉਸ ਤੋਂ ਬਾਅਦ MC ਐਂਡ MR। ਤਾਂ ਇਹਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਜਿੱਥੇ ਇੱਕ ਫਰਮ ਮੈਕਸਿਮਮ ਪ੍ਰੋਫਿਟ ਅਰਨ ਕਰਦੀ ਹੈ ਤੇ ਜਿੱਥੇ ਆਪਣਾ ਟੋਟਲ ਰਿਵੈਨਿਊ ਇਕੁਅਲ ਟੂ ਟੋਟਲ ਕਾਸਟ ਹੁੰਦਾ ਹੈ ਉੱਥੇ ਇੱਕ ਫਰਮ ਇਕੁਲਿਬਰੀਅਮ ਦੀ ਪੋਜੀਸ਼ਨ ਦੇ ਵਿੱਚ ਹੋਏਗੀ। ਇੱਥੇ ਆਪਾਂ ਨੇ ਦੇਖਣਾ ਹੈ ਕਿ ਮੈਕਸਿਮਮ ਪ੍ਰੋਫਿਟ ਕਿੱਥੇ ਹੋ ਰਿਹਾ ਹੈ ਤੇ TR ਇਕੁਅਲ ਟੂ TC ਕਿੱਥੇ ਹੈ। ਤਾਂ ਇੱਥੇ ਇਸ ਡਾਇਗਰਾਮ ਦੇ ਵਿੱਚ OX ਤੇ ਆਊਟਪੁੱਟ ਐਂਡ OY ਤੇ ਰੈਵਨਿਊ ਐਂਡ ਕਾਸਟ ਹੈ। TR कर्व ओरिजिन तो स्टार्ट हो रही है टोटल रिवेन्यू कर्व जो आउटपुट के थ्रू अपना रेवेन्यू मिल रहा है एंड अपना प्राइस जी है टोटल कॉस्ट कर्व है वो P तो T स्टार्ट हो रही है TC इज द टोटल कॉस्ट कर्व। तब कहते पहला की है जी TP है दिस इज द टोटल प्रॉफिट कर्व जिथे TP मैक्सिमम है TP ज़्यादा है TR ते TC का गैप उत्थे टोटल प्रॉफिट ज़्यादा है अपना। तो R तो प्रॉफिट शुरू हो रहा है R तो C तक अपना टोटल प्रॉफिट नैगेटिव है क्योंकि O तो M तक अपनी जी प्रोडक्शन है जो C प्रोडक्शन करते ਆਪਾਂ ਉਹ C ਤਾਂ M पॉइंट तक अपना जो TC है ग्रेटर दैन TR है P तो M तक TC ग्रेटर दैन TR है मतलब कॉस्ट रेवेन्यू के नालों ज़्यादा है तर अपना टोटल प्रॉफिट नैगेटिव ਦੇ ਵਿੱਚ है एंड उस तो बाद जो प्रोडक्शन इंक्रीज करते हैं O Q तक तब कहते अपना M तो A पॉइंट तक M तो B पॉइंट तक जो TR ग्रेटर दैन TC है मतलब रेवेन्यू कॉस्ट तो ज़्यादा है जेड़ा अपना नीचे है प्रॉफिट O Q प्रोडक्शन ते वो कितना है QE इज अ टोटल प्रॉफिट जो एक फर्म ਨੂੰ ਹੋ ਰਿਹਾ ਹੈ ਮੈਕਸਿਮਮ ਪ੍ਰੋਫਿਟ ਕਿਉਂਕਿ ਇੱਥੇ ਜੋ ਕਾਸਟ ਹੈ ਉਹ BQ ਹੈ OQ ਪ੍ਰੋਡਕਸ਼ਨ ਦੀ ਐਂਡ ਜੋ ਰੈਵਨਿਊ ਹੈ AQ ਹੈ। ਜਦੋਂ ਟੋਟਲ ਰੈਵਨਿਊ AQ ਦੇ ਵਿੱਚੋਂ BQ ਕਾਸਟ ਮਾਈਨਸ ਕਰਾਂਗੇ ਆਪਣੇ ਕੋਲ ਜੋ ਬਚੇਗਾ ਦੈਟ ਇਜ਼ ਅ AB ਇਜ਼ ਅ ਟੋਟਲ ਪ੍ਰੋਫਿਟ ਜੋ ਆਪਾਂ ਨੂੰ ਇੱਕ ਫਰਮ ਨੂੰ ਹੋ ਰਿਹਾ ਹੈ ਤਾਂ OQ आउटपुट ਦੇ अगर उस तो बाद भी अपनी OD आउटपुट जारी रखती है फर्म तो उस तो बाद की हो जाएगा अपना TC इज इक्वल टू TR होएगा एन पॉइंट ते उत्थे एक फर्म है ਜਿਹੜੀ ਉਹ इक्विलिब्रियम ਦੀ पोजीशन ਤੇ है जिथे कॉस्ट इक्वल टू रेवेन्यू है जिथे डी प्रोडक्शन हो रही है एंड उत्थे टोटल प्रॉफिट अपना जीरो है एंड C पॉइंट पे भी जीरो है क्योंकि M पॉइंट पे भी TC इक्वल टू TR है दीज आर द टू इक्विलिब्रियम पॉइंट M एंड N। लेकिन M पॉइंट पे कोई भी फर्म अपनी प्रोडक्शन बंद नहीं करेगी क्योंकि उस तो बाद प्रोडक्शन इंक्रीज हो रही है मीन्स टोटल रिवेन्यू इंक्रीज हो रहा है टोटल कॉस्ट के नालों प्रोडक्शन जारी रहेगी ठीक है
क्यू पॉइंट तक ते उस तो बाद एन पॉइंट तक जिथे टीसी इजिकल टू टी आर नहीं हो जाते। लेकिन अगर वो डी तो बाद भी आप प्रोडक्शन करते हैं तद अपना कॉस्ट ग्रेटर दैन रेवेन्यू हो जाएगा, टीसी ग्रेटर दैन टी आर तद कहते की हो जाएगा टीपी अपना नैगेटिव हो जाएगा, टोटल प्रॉफिट अपन लॉस होना स्टार्ट हो जाएगा। ठीक है, ये मैथड के थ्रू आप इक्विलिब्रियम देख सकते हैं। तद इक्विलिब्रियम की जो ब्रेक इवन पॉइंट है दैट इज अ एंड पॉइंट जिथे ओडी प्रोडक्शन है तो एंड पॉइंट तक आप अपनी गुड्स की प्रोडक्शन कर सकते हैं जिथे इक्विलिब्रियम की पोजीशन है। ਤੇ ਦੂਸਰਾ ਦੇਖਿਆ ਸੀਗਾ ਕਿ ਮਾਰਜਨਲ ਰੈਵਨਿਊ ਤੇ ਮਾਰਜਨਲ ਕਾਸਟ ਥਿਊਰੀ ਦੇ ਥਰੂ ਵੀ ਆਪਾਂ ਆਪਣੇ ਇਕੁਇਲਿਬਰੀਅਮ ਨੂੰ ਦੱਸ ਸਕਦੇ ਹਾਂ, ਮੋਨੋਪੋਲੀ ਫਾਰਮ ਦੇ ਇਕੁਇਲਿਬਰੀਅਮ ਨੂੰ। ਤਾਂ ਤੁਹਾਨੂੰ ਪਤਾ ਹੈ ਕਿ ਮੋਨੋਪੋਲੀ ਦੇ ਵਿੱਚ ਏਆਰ ਤੇ ਐਮਆਰ ਕਰਵ ਕੀ ਹੋਏਗੀ, ਲੈਫਟ ਰਾਈਟ ਡਾਊਨਵਰਡ ਹੋਏਗੀ, ਕਿਉਂਕਿ ਜਿਹੜੀ ਆਪਣੀ ਪ੍ਰਾਈਸ ਹੈ ਤੇ ਆਪਣਾ ਆਊਟਪੁੱਟ ਹੈ ਉਹਦਾ ਨੈਗੇਟਿਵ ਰਿਲੇਸ਼ਨਸ਼ਿਪ ਹੁੰਦਾ ਹੈ। ਪ੍ਰਾਈਸ ਘਟਣ ਦੇ ਨਾਲ ਆਊਟਪੁੱਟ ਇਨਕਰੀਜ਼ ਹੁੰਦੀ ਹੈ, ਲੇਕਿਨ ਆਪਣਾ ਰੈਵਨਿਊ ਤੇ ਮਾਰਜਨਲ ਰੈਵਨਿਊ ਵੀ ਕੀ ਹੁੰਦਾ ਇਨਕਰੀਜ਼ ਹੁੰਦਾ, ਕਿਉਂਕਿ ਪ੍ਰਾਈਸ ਇਕੁਅਲ ਟੂ ਏਆਰ। ਠੀਕ ਹੈ, लेकिन एम आर ए आर के नालों ज़्यादा फॉल कर दिया तो इस मैथड के थ्रू टू कंडीशंस ने। फर्स्टली एम सी इज इक्वल टू जिथे एम आर होएगा उत्थे इक्विलिब्रियम की पोजीशन होएगी, एंड सैकेंडली एम सी एम आर नीचे तो कट करता ऊपर वाल जाना चाहिए है। दैन तुसीं इत्थे देख सकते हो ए आर एम आर लैफ्ट राइट डाउनवर्ड है एंड एम आर नू एम सी कर्व नीचे तो कट कर रही है ई पॉइंट ते। ई इज द इक्विलिब्रियम पॉइंट जिथे आउटपुट कितनी है ओ क्यू है, तद आप ई इक्विलिब्रियम पॉइंट कह सकते हैं जिथे एम सी इजिकल टू एम आर है, एक फॉर्म उत्थे इक्विलिब्रियम दे विच है। उस तो बाद सी अपना प्राइस डिटरमिनेशन ऑफ मोनोपोली इन शॉर्ट रन। शॉर्ट रन दे विच प्राइस डिटरमिनेशन तुहानू पता ही है कि शॉर्ट रन वो सिचुएशन है जिथे कहते आपां अपनी जिहड़ी आउटपुट है उन्होंने फर्म की प्रोडक्शन कैपेसिटी तक इनक्रीज कर सकते हैं, क्योंकि शॉर्ट पीरियड के कुछ फैक्टर्स फिक्सड होंगे ने, कुछ फैक्टर वेरीएबल्स होंगे ने। ओनली आप वेरीएबल्स फैक्टर्स को इनक्रीज करके चेंज करके डिमांड के अकॉर्डिंग अपनी सप्लाई इनक्रीज कर सकते हैं। ठीक है, आप लेकिन मशीनरी प्लांट मीनस फिक्स फैक्टर्स को इनक्रीज नहीं कर सकते। ठीक है, तद कहते जो इतने की होंगी ओनली मोनोपोली फॉर्म्स के जो कहते डिमांड डिक्रीज होंगी है तद आउटपुट डिक्रीज की जाती है, जो डिमांड इनक्रीज होंगी है तो आउटपुट इनक्रीज की जाती है। कहते आ मोनोपोलिस्ट फर्म कहते मोनोपोली फर्म कितने इक्विलिब्रियम की पोजीशन के विच होएगी, सेम कहते जिथे एम सी एम आर नीचे तो कट करेगा तो एम सी इक्वल टू एम आर होएगा, मार्जिनल कॉस्ट इक्वल टू मार्जिनल रेवेन्यू होएगी। उत्थे एक फॉर्म है जी इक्विलिब्रियम की पोजीशन के विच होएगी, उत्थे प्राइस ते आउटपुट डिटरमिनेशन होएगा। तो शॉर्ट रन के विच कहते मोनोपोली फॉर्म है जी वो थ्री सिचुएशंस फेस कर सकती है। फर्स्ट इज सुपर नॉर्मल प्रॉफिट, सेकंड इज नॉर्मल प्रॉफिट एंड थर्ड इज मिनिमम लॉस। तो सब तो पहले आप देख रहे हैं सुपर नॉर्मल प्रॉफिट। कहते शॉर्ट रन के मोनोपोली नीचे है, इक्विलिब्रियम पॉइंट ई है जिथों इक्विलिब्रियम आउटपुट ओ एम एंड इक्विलिब्रियम प्राइस ओ पी फिक्स होया है, तो जी अपनी कॉस्ट है वो कट कर रही है बी पॉइंट पे। ठीक है, तब बी एम इज द कॉस्ट, तुसी कह सकते हो कि ओ एम बी सी दिस इज द cost and OMAP this is the revenue। OMAP ਦੇ ਵਿੱਚੋਂ MC curve ਹੈ ਜਿਹੜੀ marginal cost, AC average cost। ठीक है, ਤੇ MR marginal revenue, AR average revenue curve है, ਤੇ MC marginal cost curve marginal revenue curve ਨੂੰ ਨੀਚੇ ਤੋਂ ਕੱਟ ਕਰਦੀ ਉੱਪਰ ਜਾ ਰਹੀ ਹੈ, ਜਿੱਥੇ MC curve ਨੇ MR ਨੂੰ ਕੱਟ ਕੀਤਾ that point is the E, ਤਾਂ E is the equilibrium point। ठीक है, जी तो आप लाइन नीचे एवरेज वेरिएबल कॉस्ट होंगी है तो एवरेज फिक्स कॉस्ट होंगी है, उनका सम अप होकर एवरेज कॉस्ट बनती है। तो शॉर्ट रन के मिनिमम लॉस उदों होंदा है जो जी फर्म है सिर्फ जी एवरेज फिक्सड कॉस्ट है उसका जो लॉस है वो बीयर कर रही है, लेकिन जी एवरेज वेरीएबल कॉस्ट है उन्होंने कवर कर रही होंगी है। तो जिथे ए बी सी इजिकल टू ए आर है उतों तक आप प्रोडक्शन करांगे जितों कहते एक फर्म को एवरेज फिक्स फैक्टर्स के नाल नाल एवरेज वेरीएबल कॉस्ट का भी लॉस होना
स्टार्ट हो जाता है तो उत्थे एक फर्म अपनी प्रोडक्शन की कर देती है, बंद कर देती है, सिर्फ उत्थे तक करेगी जिथे ABC इज इक्वल टू AR होएगा, सिर्फ फिक्स फैक्टर्स की जी कॉस्ट है उन्होंने लॉस को बीयर कर रही है। तो इस डायग्राम के देख सकते हो OX की आउटपुट दिखाई हुई है, OY ते रिवेन्यू एंड कॉस्ट दिखाई हुई है, एवरेज रेवेन्यू एंड मार्जिनल रेवेन्यू कर्व इज द AR एंड MR, ठीक है, लैफ्ट राइट डाउनवर्ड है। तो उस तो बाद MC MR ਨੂੰ नीचे तो कट कर दी ऊपर जाएगी। तो हर एक कहते इक्विलिब्रियम ਤੇ ਪ੍ਰਾਈਸ ਡਿਟਰਮੀਨੇਸ਼ਨ ਨੂੰ ਦੇਖਣ ਦੇ ਲਈ ਇਹ ਟੂ ਚੀਜ਼ਾਂ ਦਾ ਕੰਡੀਸ਼ਨਸ ਤਾਂ ਅਪਲਾਈ ਹੋਣਗੀਆਂ ਜਿਹੜੀ MR ਤੇ MC ਦੇ ਵਿੱਚ ਹੈ। ਤੇ MC MR ਦੇ ਇਕੁਅਲ ਹੋਏਗੀ ਉਹ ਇਕੁਇਲਿਬਰੀਅਮ ਹੈ ਤੇ ਦੂਸਰਾ MC MR ਨੂੰ नीचे तो कट कर दी जाएगी। चाहे परफेक्ट कंपटीशन है, चाहे मोनोपोली है, चाहे मोनोपोलिस्टिक है, चाहे ओलिगोपोली है, ठीक है, ये सिचुएशंस होएगी। एंड उस तो बाद तुसी देख सकते हो कि MC MR ਨੂੰ नीचे तो कट कर रही है E पॉइंट ਤੇ E पॉइंट इज इक्विलिब्रियम पॉइंट जिथे MC इज इक्वल टू MR है उत्थे इक्विलिब्रियम आउटपुट है ਜਿਹੜੀ OM है एक फर्म OM आउटपुट तक प्रोड्यूस करेगी एंड जो इक्विलिब्रियम प्राइस है वो OP1 है। इक्विलिब्रियम प्राइस इज OP1, ठीक है, क्योंकि जी अपनी कॉस्ट कर्व है एवरेज कॉस्ट कर्व है, शॉर्ट रन दी एवरेज कॉस्ट कर्व दैट इज SAC, वो एवरेज रेवेन्यू तो की है अबव है, एवरेज रेवेन्यू तो अबव है, एवरेज जी कॉस्ट शॉर्ट रन दी तो की दिखा रही है कि एवरेज कॉस्ट ग्रेटर दैन AR है, एवरेज रेवेन्यू तो ज़्यादा है जी एवरेज कॉस्ट है। तो वो जड़ा A तो B है, देखो A तो B है, दिस इज द लॉस ऑफ फिक्स फैक्टर्स का लॉस है जड़ा वो फर्म ਨੂੰ हो रहा है। जी ABC है एवरेज वेरिएबल कॉस्ट शॉर्ट रन दी वो AR ਦੇ इक्वल है। B पॉइंट ਤੇ ਤੁਸੀਂ देख सकते हो ABC B पॉइंट AR ਨੂੰ टच करिए दैट इज मीन्स भी ABC अपनी कर्व हो रही है, एवरेज वेरिएबल कॉस्ट कहते OM आउटपुट ते कवर की जा रही है, लेकिन जी AC अबव है वो ABC प्लस AFC का लॉस है। तो तुम इतने देख सकते हो कि कितनी कॉस्ट ज़्यादा है, ठीक है। तो इतने जी AM है दिस इज द टोटल कॉस्ट एंड जो टोटल रिवेन्यू है दिस इज द BM इज द टोटल रिवेन्यू, ठीक है। जो AM के विचों BM मीनस कॉस्ट के विचों अपना रेवेन्यू BM माइनस करांगे तो अपने को जो बचेगा दैट इज द AB। तो AB कॉस्ट ज़्यादा है रेवेन्यू के नालों, दिस इज द लॉस, ठीक है, क्योंकि इनकम घट है कॉस्ट ज़्यादा है। तो जिहड़ा ये शेडेड एरिया है PB P1P दिस इज द मिनिमम लॉस, क्योंकि जिहड़ा रेवेन्यू है दैट इज द OP1 BM, रेवेन्यू घट है लेकिन कॉस्ट की है OM प्रोडक्शन की OPAM। तो OPAM दे विचों माइनस करांगे जो अपना रेवेन्यू है OP1 BM, तो जो बच जाएगा दैट इज द AB P1P, दिस इज द लॉस, मिनिमम लॉस जो ओनली सानू फिक्स फैक्टर्स से करके हो रहा है। तो वेरिएबल्स फैक्टर्स का जी कॉस्ट है वो साडी कवर हो रही है क्योंकि वो AR ते इक्वल है, ठीक है। दिस इज द मिनिमम लॉस जो एक मोनोपोली फर्म है जी वो अगर कर सकती है। एंड द नेक्स्ट इज इक्विलिब्रियम और प्राइस डिटर्मिनेशन इन लॉन्ग रन। कहते ये तो सीगा अपना जो शॉर्ट रन दी सिचुएशन सीगियां कि शॉर्ट रन दे विच एक फर्म है जी ये सुपर नॉर्मल प्रॉफिट भी अर्न कर सकती है, लॉस मिनिमम लॉस भी अर्न कर सकती है और नॉर्मल प्रॉफिट भी अर्न कर सकती है। लेकिन लॉन्ग रन दे विच मोनोपोली फर्म की सिचुएशन की होएगी, in the long run, the monopolistic firm will be in equilibrium at a point where his long run marginal cost equal to long run marginal revenue। Same कहते वही है equilibrium ਦੀ पोजीशन ਦੇ ਲਈ ਕਹਿੰਦੇ long run ਦੇ ਵਿੱਚ ਉੱਥੇ monopoly firm ਕਹਿੰਦੇ equilibrium ਦੇ ਵਿੱਚ ਹੋਏਗੀ ਜਿੱਥੇ long run ਦੀ marginal cost equal to long run ਦੀ marginal revenue curve ਦੇ equal ਹੋਏਗੀ। and दूसरा ਜਿੱਥੇ ਕਹਿੰਦੇ LMC curve ਹੈ ਜਿਹੜੀ ਉਹ MR कर्व नीचे तो कट कर दी ऊपर जाएगी। कहते बट इन लॉन्ग रन कहते हमेशा ही जी मोनोपोली फर्म है ਉਹਦਾ ਜਿਹੜਾ एवरेज रेवेन्यू है वो ग्रेटर दैन एवरेज कॉस्ट ਹੁੰਦਾ है, मीनस इनकम ज़्यादा होंगी है कॉस्ट घट होंगी है,
ਠੀਕ ਹੈ। ਦੈਟ ਇਜ਼ ਮੀਨਸ ਓਨਲੀ ਕਹਿੰਦੇ ਲੌਂਗ ਰਨ ਦੇ ਵਿੱਚ ਕਹਿੰਦੇ ਫਰਮ ਕੀ ਕਰਦੀ ਆ, ਸੁਪਰ ਨਾਰਮਲ ਪ੍ਰੋਫਿਟ ਗੇਨ ਕਰਦੀ ਆ। monopoly firm in the long run is not contented with normal profit alone as the firm under product ਪਰਫੈਕਟ ਕੰਪੀਟੀਸ਼ਨ ਡੂ। ਜਦ ਕਿ ਆਪਾਂ ਨੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਦੇਖਿਆ ਸੀਗਾ ਕਿ ਫਰਮਸ ਨੂੰ ਲੌਂਗ ਰਨ ਦੇ ਵਿੱਚ ਓਨਲੀ ਨਾਰਮਲ ਪ੍ਰੋਫਿਟ ਹੁੰਦਾ ਸੀ, ਲੇਕਿਨ ਇੱਥੇ ਫਰਮ ਲੌਂਗ ਰਨ ਦੇ ਵਿੱਚ ਕੀ ਕਰਦੀ ਆ, ਓਨਲੀ ਸੁਪਰ ਨਾਰਮਲ ਪ੍ਰੋਫਿਟ ਕਰਦੀ ਆ। ਤੇ ਇੱਥੇ ਕਹਿੰਦੇ ਫਰਮ ਤੇ ਇੰਡਸਟਰੀ ਦਾ ਜਿਹੜਾ ਇਕੁਇਲਿਬਰੀਅਮ ਹੈ ਸੇਮ ਹੈ, ਕਿਉਂਕਿ ਇੰਡਸਟਰੀ ਦੇ ਅੰਡਰ ਕੀ ਹੈ, ਇੱਕ ਹੀ ਫਰਮ ਹੈ ਜੋ ਖੁਦ ਹੀ ਪ੍ਰਾਈਸ ਫਿਕਸ ਕਰਦੀ ਹੈ। ਤਾਂ ਤੁਸੀਂ ਦੇਖ ਸਕਦੇ ਹੋ ਸੁਪਰ ਨਾਰਮਲ ਪ੍ਰੋਫਿਟ ਲੌਂਗ ਰਨ ਦੇ ਵਿੱਚ ਕਹਿੰਦੇ ਫਰਮ ਹੈ ਜਿਹੜੀ ਉਹ ਲੈਗੀ ਮੋਨੋਪਲੀ ਦੇ ਵਿੱਚ ਓਨਲੀ ਸੁਪਰ ਨਾਰਮਲ ਪ੍ਰੋਫਿਟ ਹੋਏਗਾ ਲੌਂਗ ਰਨ ਦੇ ਵਿੱਚ ਫਰਮ ਨੂੰ। ਤਾਂ ਸੁਪਰ ਨਾਰਮਲ ਪ੍ਰੋਫਿਟ ਇਜ਼ ਇਕੁਅਲ ਟੂ ਕਦੋਂ ਹੋਏਗਾ, ਜਦੋਂ ਏ ਆਰ ਗ੍ਰੇਟਰ ਦੈਨ LAC ਹੋਏਗੀ। ਜਦੋਂ ਲੌਂਗ ਰਨ ਦੀ ਐਵਰੇਜ ਕੋਸਟ ਤੋਂ ਜਿਹੜੀ ਲੌਂਗ ਰਨ ਦਾ ਐਵਰੇਜ ਰੈਵਨਿਊ ਜ਼ਿਆਦਾ ਹੈ ਉਦੋਂ ਕਹਿੰਦੇ ਓਨਲੀ ਸੁਪਰ ਨਾਰਮਲ ਪ੍ਰੋਫਿਟ ਹੋਏਗਾ। ਤਾਂ ਤੁਸੀਂ ਇਸ ਡਾਇਗਰਾਮ ਦੇ ਵਿੱਚ ਦੇਖ ਸਕਦੇ ਹੋ ਲੌਂਗ ਰਨ ਦੀ ਜਿਹੜੀ ਇਕੁਇਲਿਬਰੀਅਮ ਨੂੰ ਦਿਖਾ ਰਹੀ ਹੈ ਤੇ ਸੁਪਰ ਨਾਰਮਲ ਪ੍ਰੋਫਿਟ ਨੂੰ ਦਿਖਾ ਰਹੀ ਹੈ। ਓ ਐਕਸ ਤੇ ਆਊਟਪੁੱਟ ਲਿੱਤੀ ਹੋਈ ਹੈ, ਓ ਵਾਈ ਤੇ ਰੈਵਨਿਊ ਐਂਡ ਕਾਸਟ ਲਿੱਤਾ ਹੋਇਆ ਹੈ। ਏ ਆਰ ਤੇ ਐਮ ਆਰ ਕਰਵ ਨੇ ਜਿਹੜੇ ਉਹ ਲੈਫਟ ਰਾਈਟ ਡਾਊਨਵਰਡ ਨੇ, ਐਮ ਆਰ ਏ ਆਰ ਤੋਂ ਜ਼ਿਆਦਾ ਘਟ ਰਹੀ ਹੈ। ਲੌਂਗ ਰਨ ਇਕੁਇਲਿਬਰੀਅਮ ਆਫ ਦਾ ਮੋਨੋਪੋਲਿਸਟਿਕ ਤੁਸੀਂ ਦੇਖ ਸਕਦੇ ਹੋ। ਲੌਂਗ ਰਨ ਦੀ ਮਾਰਜਨਲ ਕਾਸਟ ਕਰਵ ਮਾਰਜਨਲ ਰੈਵਨਿਊ ਕਰਵ ਨੂੰ ਨੀਚੇ ਤੋਂ ਕੱਟ ਕਰ ਰਹੀ ਹੈ ਈ ਪੁਆਇੰਟ ਤੇ। ਈ ਪੁਆਇੰਟ ਇਜ਼ ਅ ਇਕੁਇਲਿਬਰੀਅਮ ਪੁਆਇੰਟ ਜਿੱਥੇ ਲੌਂਗ ਰਨ ਦੀ ਮਾਰਜਨਲ ਕਾਸਟ ਇਕੁਅਲ ਟੂ ਲੌਂਗ ਰਨ ਦੀ ਮਾਰਜਨਲ ਰੈਵਨਿਊ ਹੈ, ਉੱਥੇ ਓ ਐਮ ਆਊਟਪੁੱਟ ਫਿਕਸ ਹੋਈ ਹੈ ਐਂਡ ਜਿਹੜਾ ਆਪਣਾ ਓ ਐਨ ਪ੍ਰਾਈਸ ਫਿਕਸ ਹੋਇਆ ਹੈ। ਠੀਕ ਹੈ। ਤਾਂ ਇੱਥੇ ਜੋ ਹੈ ਆਪਣੀ ਕਾਸਟ ਹੈ LAC ਲੌਂਗ ਰਨ ਦੀ ਐਵਰੇਜ ਕਾਸਟ ਕਰਵ ਲੌਂਗ ਰਨ ਦੀ ਐਵਰੇਜ ਰੈਵਨਿਊ ਕਰਵ ਤੋਂ ਨੀਚੇ ਹੈ, ਬੀ ਪੁਆਇੰਟ ਤੇ ਕੱਟ ਕਰ ਰਹੀ ਹੈ ਆਪਣੀ ਇਕੁਇਲਿਬਰੀਅਮ ਲਾਈਨ ਨੂੰ। ਦੈਟ ਇਜ਼ ਮੀਨਸ ਕਿ ਆਪਣਾ ਕਾਸਟ ਘੱਟ ਹੈ ਰੈਵਨਿਊ ਦੇ ਨਾਲੋਂ, ਕਾਸਟ ਆਪਣੀ BM ਹੈ ਐਂਡ ਰੈਵਨਿਊ ਆਪਣਾ AM ਹੈ। ਰੈਵਨਿਊ ਦੇ ਵਿੱਚੋਂ ਕਾਸਟ ਘਟਾਵਾਂਗੇ AM ਮਾਈਨਸ BM ਤਾਂ ਆਪਣੇ ਕੋਲ ਕੀ ਰਹਿ ਜਾਏਗਾ, AB ਰਹਿ ਜਾਏਗਾ। ਤਾਂ AB ਇਜ਼ ਅ ਸੁਪਰ ਨਾਰਮਲ ਪ੍ਰੋਫਿਟ ਜੋ ਆਪਾਂ ਨੂੰ ਪ੍ਰੋਫਿਟ ਹੋਇਆ ਹੈ। ਤਾਂ ਤੁਸੀਂ ਕਹਿ ਸਕਦੇ ਹੋ ਕਿ OPBM ਦਿਸ ਇਜ਼ ਅ cost and ONAM this is a revenue, ONAM minus OPBM ਤਾਂ ਆਪਣੇ ਕੋਲ ਕੀ ਰਹਿ ਜਾਏਗਾ, NABP ਰਹਿ ਜਾਏਗਾ। ਇਹ ਸ਼ੇਡਡ ਏਰੀਆ ਆਪਣਾ ਕੀ ਆ, ਸੁਪਰ ਨਾਰਮਲ ਪ੍ਰੋਫਿਟ ਜੋ ਰਿਵੈਨਿਊ ਨੂੰ ਦਿਖਾ ਰਿਹਾ ਹੈ ਕਿ ਐਵਰੇਜ ਰੈਵਨਿਊ ਗ੍ਰੇਟਰ ਦੈਨ ਐਵਰੇਜ ਕਾਸਟ ਹੈ। ਐਵਰੇਜ ਰੈਵਨਿਊ ਵਾਲੀ ਕਰਵ ਉੱਤੇ ਹੈ, ਐਵਰੇਜ ਕਾਸਟ ਵਾਲੀ ਕਰਵ ਨੀਚੇ ਹੈ। ਤਾਂ ਇਹ ਵੀ ਇਜ਼ ਅ ਸੁਪਰ ਨਾਰਮਲ ਪ੍ਰੋਫਿਟ ਜੋ ਲੌਂਗ ਰਨ ਦੇ ਵਿੱਚ ਮੋਨੋਪੋਲੀ ਫਰਮ ਕੀ ਕਰੇਗੀ, ਵੀਅਰ ਕਰੇਗੀ। ਤਾਂ ਫਿਰ ਉਸ ਤੋਂ ਬਾਅਦ ਕੀ ਹੈ, ਕਿਉਂਕਿ ਲੌਂਗ ਰਨ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਤਾਂ ਅਗਰ ਸੁਪਰ ਨਾਰਮਲ ਪ੍ਰੋਫਿਟ ਹੁੰਦਾ ਸੀ ਤਾਂ ਨਿਊ ਫਰਮਸ ਐਂਟਰ ਹੋ ਜਾਂਦੀਆਂ ਸੀ ਜਿਹਦੇ ਨਾਲ ਸਪਲਾਈ ਇਨਕਰੀਜ਼ ਹੋ ਜਾਂਦੀ ਸੀ। ਸਪਲਾਈ ਇਨਕਰੀਜ਼ ਹੋਣ ਦੇ ਨਾਲ ਪ੍ਰਾਈਸਿਸ ਘਟ ਜਾਂਦੀਆਂ ਸੀ ਜਿਹਦੇ ਨਾਲ ਫਿਰ ਕਹਿੰਦੇ ਨਾਰਮਲ ਪ੍ਰੋਫਿਟ ਤੇ ਆ ਜਾਂਦੀ ਸੀ। ਲੇਕਿਨ ਹੁਣ ਮੋਨੋਪੋਲੀ ਦੇ ਵਿੱਚ ਸਿਰਫ ਇੱਕੋ ਫਰਮ ਹੈ, ਅਗਰ ਉਹਦੀਆਂ ਪ੍ਰਾਈਸਿਸ ਜ਼ਿਆਦਾ ਨੇ ਮੀਨਸ ਰਿਵੈਨਿਊ ਜ਼ਿਆਦਾ ਹੈ, ਕਾਸਟ ਤੋਂ ਤਾਂ ਜ਼ਿਆਦਾ ਹੀ ਰਹੇਗਾ ਕਿਉਂਕਿ ਹੋਰ ਕੋਈ ਵੀ ਫਰਮ ਐਂਟਰ ਨਹੀਂ ਹੋ ਸਕਦੀ। ਸਪਲਾਈ ਕਾਨਸਟੈਂਟ ਰਹੇਗੀ, ਡਿਮਾਂਡ ਤੇ ਡਿਪੈਂਡ ਕਰਦੀ ਆ, ਉਹੀ ਫਰਮ ਦੇ ਦੁਆਰਾ ਪ੍ਰਾਈਸ ਤੇ ਡਿਪੈਂਡ ਕਰਦੀ ਆ। ਤਾਂ ਕਹਿੰਦੇ ਹਮੇਸ਼ਾ ਹੀ ਲੌਂਗ ਰਨ ਦੇ ਵਿੱਚ ਜਿਹੜੀ ਮੋਨੋਪੋਲੀ ਫਰਮ ਹੈ ਉਹ ਸੁਪਰ ਨਾਰਮਲ ਪ੍ਰੋਫਿਟ ਇੰਜੋਏ ਕਰੇਗੀ ਕਿਉਂਕਿ ਉਹਦਾ ਆਪਣੀ ਆਊਟਪੁੱਟ ਦੇ ਪ੍ਰਾਈਸ ਤੇ ਕੀ ਹੈ, ਪੂਰਾ ਕੰਟਰੋਲ ਹੈ। ਤੇ ਉਸ ਤੋਂ ਬਾਅਦ ਆਪਣਾ ਮੋਨੋਪੋਲੀ ਇਕੁਇਲਿਬਰੀਅਮ ਐਂਡ ਲਾਅ ਆਫ ਕਾਸਟ ਕਹਿੰਦੇ ਇੱਥੇ ਕੀ ਹੈ, ਜਿਹੜਾ ਮੋਨੋਪੋਲੀ ਦਾ ਇਕੁਇਲਿਬਰੀਅਮ ਹੈ ਉਸ ਤੇ ਲਾਅ ਆਫ ਕਾਸਟ ਦਾ ਇਫੈਕਟ ਪੈਂਦਾ ਹੈ। ਤਾਂ ਇੱਥੇ ਕਈ ਰੀਜ਼ਨਸ ਨੇ ਲੌਂਗ ਰਨ ਦੇ, ਕਹਿੰਦੇ ਟੂ ਥਿੰਗਸ ਤੇ ਜਿਹੜੀ ਆਪਣੀ ਆਊਟਪੁੱਟ ਹੈ ਡਿਪੈਂਡ ਕਰਦੀ ਹੈ, ਨੇਚਰ ਆਫ ਇਲਾਸਟਿਸਿਟੀ ਆਫ ਡਿਮਾਂਡ। ਇਲਾਸਟਿਸਿਟੀ ਆਫ ਡਿਮਾਂਡ ਤੇ ਮੋਰ ਔਰ ਲੈਸ ਪ੍ਰਾਈਸਿਸ, ਕਿਉਂਕਿ ਜਦੋਂ ਡਿਮਾਂਡ ਇਨਕਰੀਜ਼ ਹੁੰਦੀ ਆ ਤਾਂ ਪ੍ਰਾਈਸਿਸ ਇਨਕਰੀਜ਼ ਹੁੰਦੇ ਨੇ, ਜਦੋਂ ਡਿਮਾਂਡ ਡਿਕਰੀਜ਼ ਹੁੰਦੀ ਆ ਪ੍ਰਾਈਸਿਸ ਡਿਕਰੀਜ਼ ਹੁੰਦੇ ਨੇ। ਇੱਕ ਦੂਸਰਾ ਕਹਿੰਦੇ ਪ੍ਰਾਈਸ ਕਿਸ ਚੀਜ਼ ਤੇ ਡਿਪੈਂਡ ਕਰਦੀ ਆ, ਇਫੈਕਟ ਆਫ ਲਾਅ ਆਫ ਕਾਸਟ ਔਨ ਮੋਨੋਪੋਲੀ ਪ੍ਰਾਈਸ ਡਿਟਰਮੀਨੇਸ਼ਨ। ਮੋਨੋਪੋਲੀ ਦੇ ਵਿੱਚ ਪ੍ਰਾਈਸ ਡਿਟਰਮੀਨੇਸ਼ਨ ਕਿਸ ਦੇ ਥਰੂ ਹੁੰਦਾ ਹੈ, ਲਾਅ ਆਫ ਕਾਸਟ ਦੇ ਥਰੂ ਹੁੰਦਾ ਹੈ। ਕਿਉਂਕਿ ਕਾਸਟ ਕੀ ਹੁੰਦੀ ਆ, ਪ੍ਰੋਡਕਸ਼ਨ ਤੇ ਆਉਂਦੀ ਆ, ਤਾਂ ਕਾਸਟ ਇਨਕਰੀਜ਼ ਹੋਣ ਦੇ ਨਾਲ ਰਿਟਰਨਸ ਆਪਣੇ ਡਿਕਰੀਜ਼ ਹੋ ਜਾਂਦੇ ਨੇ, ਇਟਸ ਮੀਨਸ ਆਪਣੀ ਪ੍ਰਾਈਸ ਡਿਕਰੀਜ਼ ਹੋ ਜਾਂਦੀ ਆ ਐਂਡ ਕਾਸਟ ਘਟਣ ਦੇ ਨਾਲ ਆਪਣੀ ਪ੍ਰਾਈਸਿਸ ਡਿਕਰੀਜ਼ ਐਂਡ ਕਾਸਟ ਵਧਣ ਦੇ ਨਾਲ ਪ੍ਰਾਈਸਿਸ ਇਨਕਰੀਜ਼ ਹੋ ਜਾਂਦੀਆਂ ਨੇ। ਤਾਂ ਕਹਿੰਦੇ ਇਲਾਸਟਿਸਿਟੀ ਆਫ ਡਿਮਾਂਡ ਐਂਡ ਇਫੈਕਟ ਆਫ ਲਾਅ ਆਫ ਕਾਸਟ,
ਕਹਿੰਦੇ ਹਾਈ ਪ੍ਰਾਈਸ ਵਿਲ ਨਾਟ ਐਡਵਰਸਲੀ ਅਫੈਕਟ ਹਿਸ ਸੇਲ। ਕਹਿੰਦੇ ਜਦੋਂ ਡਿਮਾਂਡ ਹੁੰਦੀ ਹੈ, ਇਲਾਸਟਿਸਿਟੀ ਆਫ ਡਿਮਾਂਡ ਕਿਵੇਂ ਇਕੁਇਲਿਬਰੀਅਮ ਪ੍ਰਾਈਸ ਨੂੰ ਆਪਣੇ ਨੂੰ ਉਹ ਕਰਦੀ ਹੈ, ਚੇਂਜ ਕਰਦੀ ਹੈ। ਕਹਿੰਦੇ ਇਫ ਡਿਮਾਂਡ ਇਜ਼ ਇਨ ਇਲਾਸਟਿਕ ਦ ਮੋਨੋਪੋਲਿਸਟਿਕ ਵਿਲ ਹਾਈ ਪ੍ਰਾइसेस। अगर डिमांड इन इलास्टिक है मतलब प्राइसेस चाहे इंक्रीज हो चाहे डिक्रीज हो मोनोपोली ਦੇ ਵਿੱਚ ਆਪਣੀ ਡਿਮਾਂਡ ਤੇ ਕੋਈ ਵੀ ਇਫੈਕਟ ਨਹੀਂ ਪੈਂਦਾ ਹੈ। ਤਦ ਕਹਿੰਦੇ ਆਪਾਂ ਪ੍ਰਾइसेस ਨੂੰ ਇਨਕਰੀਜ਼ ਕਰਕੇ ਪ੍ਰੋਫਿਟ ਜ਼ਿਆਦਾ ਅਰਨ ਕਰ ਸਕਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਡਿਮਾਂਡ ਤੇ ਕੋਈ ਵੀ ਇਫੈਕਟ ਨਹੀਂ ਪਏਗਾ। ਲੇਕਿਨ ਜਦ ਕਹਿੰਦੇ ਪ੍ਰਾइस ਕੀ ਹੁੰਦੀ ਹੈ, ਜਿਹੜੀ ਆਪਣੀ ਡਿਮਾਂਡ ਹੈ ਕੀ ਹੁੰਦੀ ਆ ਇਲਾਸਟਿਕ ਹੁੰਦੀ ਹੈ, ਮਤਲਬ ਪ੍ਰਾइसेस ਚੇਂਜ ਹੋਣ ਦੇ ਨਾਲ ਚੇਂਜ ਹੋ ਜਾਂਦੀ ਹੈ। ਤਦ ਆਪਾਂ ਮੋਨੋਪੋਲੀ ਫਰਮ ਨਾ ਤਾਂ ਕੋਈ ਪ੍ਰਾइसेस ਜ਼ਿਆਦਾ ਇਨਕਰੀਜ਼ ਕਰ ਸਕਦੀ ਹੈ ਤੇ ਨਾ ਹੀ ਜ਼ਿਆਦਾ ਡਿਕਰੀਜ਼ ਕਰ ਸਕਦੀ ਹੈ ਕਿਉਂਕਿ ਪ੍ਰਾइसेस ਦੇ ਵਿੱਚ ਚੇਂਜ ਕਰਨ ਦੇ ਨਾਲ ਉਹਦੀ ਡਿਮਾਂਡ ਤੇ ਇਫੈਕਟ ਪਏਗਾ ਜਿਹਦੇ ਨਾਲ ਉਹਦਾ ਸਰਪਲਸ ਵੱਧ ਜਾਏਗਾ, ਸਟਾਕ ਜ਼ਿਆਦਾ ਰਹਿ ਜਾਏਗਾ, ਸਪਲਾਈ ਇਨਕਰੀਜ਼ ਐਂਡ ਡਿਮਾਂਡ ਡਿਕਰੀਜ਼ ਜਿਹਦੇ ਕਰਕੇ ਉਹਨੂੰ ਲਾਸ ਹੋ ਸਕਦਾ ਹੈ। ਐਂਡ ਇਫੈਕਟ ਆਫ ਲਾਅ ਆਫ ਕਾਸਟ ਦੇ ਥਰੂ ਵੀ ਕਹਿੰਦੇ ਜਿਹੜੀ ਆਪਣੀ ਪ੍ਰਾइसेस ਨੇ ਚੇਂਜ ਹੁੰਦੀਆਂ ਨੇ ਕਿਉਂਕਿ ਡਿਮਿਨਿਸ਼ਿੰਗ ਕਾਸਟ, ਇਨਕਰੀਜ਼ਿੰਗ ਕਾਸਟ ਐਂਡ ਕਾਂਸਟੈਂਟ ਕਾਸਟ ਵਾਲੇ ਜਿਹੜੇ ਰਿਟਰਨਸ ਨੇ ਕੀ ਹੁੰਦੇ ਨੇ ਅਪਲਾਈ ਹੁੰਦੇ ਨੇ। diminishing cost ਦੇ through ਕਹਿੰਦੇ if output of a law of diminishing cost it means that as production increasing its cost per unit goes on diminishing. In these situations available for the monopolistic to fix lower prices per unit and expand his sale in the order to maximize profit। अगर कहते diminishing cost है मीन्स रिटर्न्स ज़्यादा ने आउटपुट ज़्यादा है तो हर एक फर्म अपने प्राइसेस ਨੂੰ ਕੀ ਰਹੇਗੀ ਘੱਟ ਰੱਖੇਗੀ ਤਾਂ ਜੋ ਡਿਮਾਂਡ ਇਨਕਰੀਜ਼ ਹੋਵੇ, ਸਪਲਾਈ ਜਿੰਨੀ ਤਾਂ ਕਿਉਂਕਿ ਸਪਲਾਈ ਜ਼ਿਆਦਾ ਹੋ ਰਹੀ ਹੈ ਤਾਂ ਜੋ ਮੈਕਸਿਮਮ ਪ੍ਰੋਫਿਟ ਅਰਨ ਕੀਤਾ ਜਾ ਸਕੇ। ਇਨਕਰੀਜ਼ਿੰਗ ਕਾਸਟ ਅਗਰ डिमिनिशिंग रिटर्न ਤੇ इंक्रीजिंग कॉस्ट है मतलब आउटपुट घट है लेकिन कॉस्ट इंक्रीज हो रही है तब कहते फर्म की करेगी अपने ਜਿਹੜੇ ਪ੍ਰਾइसेस ਨੇ ਪ੍ਰੋਡਕਟਸ ਦੇ ਉਹ ਇੰਕਰੀਜ਼ ਕਰੇਗੀ ਕਿਉਂਕਿ ਸਪਲਾਈ ਘੱਟ ਹੈ ਤਾਂ ਜੋ ਉਹਨੂੰ ਪ੍ਰੋਫਿਟ ਹੋ ਸਕੇ। constant returns it is the situations wherein cost of production remain constant where productions more or less ਕਹਿੰਦੇ ਇਸ ਬੇਸ ਤੇ ਕਹਿੰਦੇ ਕੀ ਹੁੰਦਾ ਹੈ ਜਿਹੜਾ ਪ੍ਰਾइसेस ਉਹ ਵੀ ਕੀ ਹੁੰਦਾ ਹੈ ਫਿਕਸ ਕੀਤਾ ਜਾਂਦਾ ਹੈ। ਤਾਂ ਇਹ ਫੈਕਟ ਸੀਗੇ ਕਾਸਟ ਐਂਡ ਜਿਹੜਾ ਆਪਣਾ ਹੈ ਪ੍ਰਾइसेस ਦੇ ਡਿਮਾਂਡ ਦੇ। ਕਹਿੰਦੇ ਮੋਨੋਪੋਲੀ ਪ੍ਰਾइस ਵਿਲ ਬੀ ਜ਼ੀਰੋ ਕਾਸਟ ਆਫ ਪ੍ਰੋਡਕਸ਼ਨ। ਮੋਨੋਪੋਲੀ ਪ੍ਰਾइसेस ਵਿਦ ਜ਼ੀਰੋ ਕਾਸਟ ਆਫ ਪ੍ਰੋਡਕਸ਼ਨ ਹੋ ਸਕਦੀ ਹੈ ਮੋਨੋਪੋਲੀ ਦੇ ਵਿੱਚ, ਕਹਿੰਦੇ ਨਹੀਂ ਮਾਰਜਨਲ ਰੈਵਨਿਊ ਜ਼ੀਰੋ ਹੋ ਸਕਦਾ ਲੇਕਿਨ ਕਾਸਟ ਆਫ ਪ੍ਰੋਡਕਸ਼ਨ ਜ਼ੀਰੋ ਨਹੀਂ ਹੋ ਸਕਦੀ। And the next topic is comparison between perfect competition and monopoly। ਹੁਣ ਆਪਾਂ ਨੇ perfect competition ਵੀ ਪੜ੍ਹ ਲਿਆ ਤੇ monopoly ਵੀ ਪੜ੍ਹ ਲਿਆ, ਇਹਨਾਂ ਦੇ ਵਿੱਚ ਕੀ difference ਆ ਉਹ ਦੇਖਦੇ ਆ, comparison ਕਰਦੇ ਇਹਨਾਂ ਨੂੰ। ਤੁਹਾਨੂੰ long question ਇਹ ਵੀ ਆ ਸਕਦਾ ਹੈ। ਤਾਂ first is goals of firms। ਕਹਿੰਦੇ ਇਹ ਦੋਨੇ firms ਦੇ ਕੀ goal ਹੁੰਦੇ ਨੇ, ਠੀਕ ਹੈ। ਤਾਂ a firm objectives whether operating under perfect competition or monopoly is earn maximum profit। A firm that aims to maximize profit is called rational firms। ਕਹਿੰਦੇ ਉਤਪਾਦਕ ਵਸਤੂਆਂ ਦੋਨਾਂ ਦੇ ਵਿੱਚ ਕੀ ਕੀਤਾ ਜਾਂਦਾ ਹੈ, ਪਰਫੈਕਟ ਕੰਪੀਟੀਸ਼ਨ ਤੇ ਮੋਨੋਪੋਲੀ ਦੇ ਵਿੱਚ ਵਸਤੂਆਂ ਦਾ ਉਤਪਾਦਨ ਕੀਤਾ ਜਾਂਦਾ ਹੈ। ਤਾਂ ਇਹਨਾਂ ਦਾ ਮੇਨ ਏਮ ਕੀ ਹੁੰਦਾ, ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਨਾ। ਤੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਮੋਸਟਲੀ ਜਿਹੜੀਆਂ ਗੁੱਡਸ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਆ ਉਹਨਾਂ ਦੇ ਪ੍ਰੋਡਕਟ ਸੇਮ ਹੁੰਦੇ ਨੇ ਲੇਕਿਨ ਮੋਨੋਪੋਲੀ ਦੇ ਵਿੱਚ ਕੀ ਆ ਡਿਫਰੈਂਟ ਟਾਈਪਸ ਆਫ ਪ੍ਰੋਡਕਟ ਹੁੰਦਾ ਹੈ। ਤੇ ਉਸ ਤੋਂ ਬਾਅਦ ਕਹਿੰਦੇ ਕੀ ਆ ਮੋਨੋਪੋਲੀ ਦੇ ਵਿੱਚ ਕਹਿੰਦੇ ਮੈਕਸਿਮਮ ਪ੍ਰੋਫਿਟ ਅਰਨ ਕਰਨਾ ਤੇ ਦੂਸਰੇ ਦੇ ਵਿੱਚ ਵੀ ਰੈਸ਼ਨਲ ਫਰਮ ਦੇ ਦੁਆਰਾ ਮੈਕਸਿਮਮ ਪ੍ਰੋਫਿਟ, ਦੋਨਾਂ ਦੇ ਵਿੱਚ ਗੁੱਡਸ ਦੀ ਪ੍ਰੋਡਕਸ਼ਨ ਕੀਤੀ ਜਾਂਦੀ ਹੈ ਫॉर ਦਿਸ ਮਾਰਕੀਟ। ਐਂਡ ਖਰੀਦਦਾਰ ਅਤੇ ਵਿਕਰੇਤਾ ਦੀ ਸੰਖਿਆ, ਨੰਬਰ ਆਫ ਸੈਲਰਸ ਐਂਡ ਬਾਇਰਸ ਕਿੰਨੇ ਹੁੰਦੇ ਨੇ ਦੋਨਾਂ ਦੇ ਵਿੱਚ। ਹੁਣ ਦੇਖੋ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਹੁੰਦੇ ਨੇ, ਠੀਕ ਹੈ। ਮੀਨਸ ਬਹੁਤ ਜ਼ਿਆਦਾ ਫਰਮਸ ਹੁੰਦੀਆਂ ਨੇ ਵੇਚਣ ਵਾਲੇ ਤੇ ਬਹੁਤ ਜ਼ਿਆਦਾ ਖਰੀਦਦਾਰ ਹੁੰਦੇ ਨੇ। ਲੇਕਿਨ ਮੋਨੋਪੋਲੀ ਦੇ ਵਿੱਚ ਸਿਰਫ ਕਹਿੰਦੇ ਵੇਚਣ ਵਾਲਾ ਇੱਕ ਹੁੰਦਾ ਹੈ, ਓਨਲੀ ਵਨ ਸੈਲਰਸ, ਐਂਡ ਖਰੀਦਣ ਵਾਲੇ ਬਾਇਰਸ ਕੀ ਹੁੰਦੇ ਨੇ ਬਹੁਤ ਸਾਰੇ ਹੁੰਦੇ ਨੇ। ਦਿਸ ਇਜ਼ ਦ ਡਿਫਰੈਂਸ ਬਿਟਵੀਨ ਮੋਨੋਪੋਲੀ ਐਂਡ ਪਰਫੈਕਟ ਕੰਪੀਟੀਸ਼ਨ। ਪਰਫੈਕਟ ਕੰਪੀਟੀਸ਼ਨ ਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਐਂਡ ਸੈਲਰਸ ਲੇਕਿਨ ਓਨਲੀ ਮੋਨੋਪੋਲੀ ਦੇ ਵਿੱਚ ਸਿੰਗਲ ਸੈਲਰਸ ਐਂਡ ਲਾਰਜ ਨੰਬਰ ਆਫ ਬਾਇਰਸ। ਤੇ ਉਸ ਤੋਂ ਬਾਅਦ ਉਦਯੋਗਾਂ ਵਿੱਚ ਫਰਮ ਦਾ ਸੁਤੰਤਰ ਦਖਲ ਜਾਂ ਨੇਚਰ ਆਫ ਦ ਪ੍ਰੋਡਕਟਸ ਵੀ ਕਹਿ ਸਕਦੇ ਆਪਾਂ। ਨੇਚਰ ਆਫ ਦ ਪ੍ਰੋਡਕਟਸ ਦੀ ਗੱਲ ਕਰਦੇ ਹਾਂ ਪਹਿਲਾਂ ਆਪਾਂ, ਇਸ ਪੁਆਇੰਟ ਦੇ ਬਾਅਦ ਦੇ ਵਿੱਚ ਆਉਂਦੇ ਹਾਂ। ਨੇਚਰ ਆਫ ਪ੍ਰੋਡਕਟਸ ਕਿੱਦਾਂ ਦੇ ਹੁੰਦੇ ਨੇ, ਜੋ ਕਹਿੰਦੇ ਉਤਪਾਦਨ ਵਸਤੂਆਂ ਨੇ ਆਪਾਂ ਜਿਹਨਾਂ ਦਾ ਉਤਪਾਦਨ ਕਰਦੇ ਹਾਂ। ਤਾਂ ਜਿਹੜੇ ਅੰਡਰ ਪਰਫੈਕਟ ਕੰਪੀਟੀਸ਼ਨ ਦੇਅਰ ਆਰ ਲਾਰਜ ਨੰਬਰ ਆਫ ਬਾਇਰਸ ਐਂਡ ਸੈਲਰਸ, ਤੇ ਜਿੰਨੇ ਵੀ ਆਪਣੇ
ਸੈਲਰਸ ਨੇ ਉਹ ਹੋਮੋਜੀਨੀਅਸ ਪ੍ਰੋਡਕਟ ਨੂੰ ਪ੍ਰੋਡਿਊਸ ਕਰਦੇ ਨੇ। ਹੋਮੋਜੀਨੀਅਸ ਪ੍ਰੋਡਕਟਸ ਮੀਨਸ ਸੇਮ ਤਰ੍ਹਾਂ ਦਾ ਪ੍ਰੋਡਕਟ ਸਾਰੀਆਂ ਫਰਮਸ ਦੇ ਵਿੱਚ ਕੀ ਕੀਤਾ ਜਾਂਦਾ ਹੈ, ਪ੍ਰੋਡਿਊਸ ਕੀਤਾ ਜਾਂਦਾ ਹੈ। ਕੋਈ ਵੀ ਕਹਿੰਦੇ ਇੱਕ ਜਿਹੜਾ ਆਪਣਾ ਸੈਲਰ ਹੈ ਉਹ ਸਪਲਾਈ ਨੂੰ ਚੇਂਜ ਨਹੀਂ ਕਰ ਸਕਦਾ ਹੈ ਅਕੋਰਡਿੰਗ ਟੂ देयर डिमांड। ਤੇ ਪ੍ਰਾਈਸਿਸ ਵੀ ਕਹਿੰਦੇ ਜੋ ਹੈ ਹੋਮੋਜੀਨੀਅਸ ਪ੍ਰੋਡਕਟ ਦਾ ਇੰਡਸਟਰੀ ਦੇ ਦੁਆਰਾ ਫਿਕਸ ਕੀਤਾ ਜਾਂਦਾ ਹੈ। ਇੰਡਸਟਰੀ ਦੇ ਅੰਡਰ ਜਿੰਨੀਆਂ ਵੀ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਫਰਮਸ ਨੇ ਉਹਨਾਂ ਨੂੰ ਸਾਰੀਆਂ ਨੂੰ ਉਸੇ ਪ੍ਰਾਈਸ ਤੇ ਆਪਣੇ ਗੁੱਡਸ ਨੂੰ ਕੀ ਕਰਨਾ ਪਏਗਾ, ਸੇਲ ਕਰਨਾ ਪਏਗਾ। ਉਹ ਪ੍ਰਾਈਸ ਦੇ ਵਿੱਚ ਇਨਕਰੀਜ਼ ਡਿਕਰੀਜ਼ ਨਹੀਂ ਕਰ ਸਕਦਾ। ਦੂਸਰੀ ਸਾਈਡ ਮੋਨੋਪੋਲੀ ਦੇ ਵਿੱਚ ਕਹਿੰਦੇ ਇੱਕ ਫਰਮ ਹੈ ਜਿਹੜੀ ਉਹ ਇੱਕ ਅਲੱਗ ਤਰ੍ਹਾਂ ਦੇ ਪ੍ਰੋਡਕਟ ਨੂੰ ਪ੍ਰੋਡਿਊਸ ਕਰੇਗੀ। ਉਹਨੇ ਉਸ ਪ੍ਰੋਡਕਟ ਤੇ ਪੇਟੈਂਟ ਰਾਈਟ ਲਾਇਸੈਂਸ ਲਿੱਤਾ ਹੁੰਦਾ ਹੈ। ਕੋਈ ਹੋਰ ਫਰਮ ਆ ਕੇ ਕਹਿੰਦੇ ਨਿਊ ਫਰਮ ਐਂਟਰ ਕਰਕੇ ਇਸ ਪ੍ਰੋਡਕਟ ਨੂੰ ਪ੍ਰੋਡਿਊਸ ਨਹੀਂ ਕਰ ਸਕਦੀ। ਤੇ ਕਹਿੰਦੇ ਇਸ ਦੀ ਸਪਲਾਈ ਐਂਟਾਇਰ ਸਪਲਾਈ ਤੇ ਜਿਹੜੀ ਪ੍ਰਾਈਸ ਹੈ ਉਸ ਤੇ ਵੀ ਮੋਨੋਪੋਲੀ ਫਰਮ ਦਾ ਪੂਰਾ ਕੀ ਹੁੰਦਾ ਹੈ, ਕੰਟਰੋਲ ਹੁੰਦਾ ਹੈ। ਐਂਡ ਉਦਯੋਗਾਂ ਵਿੱਚ ਫਰਮ ਦਾ ਸੁਤੰਤਰ ਦਖਲ, ਐਂਟਰੀ ਆਫ ਔਰ ਨਿਊ ਫਰਮਸ। ਕਹਿੰਦੇ ਹੁਣ ਦੇਖੋ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਲਾਰਜ ਨੰਬਰ ਆਫ ਬਾਇਰਸ ਤੇ ਸੈਲਰਸ ਨੇ। ਇੰਡਸਟਰੀ ਦੇ ਅੰਡਰ ਕਹਿੰਦੇ ਜਿੰਨੀਆਂ ਵੀ ਫਰਮਸ ਨੇ ਉਹਨਾਂ ਦੇ ਵਿੱਚੋਂ ਅਗਰ ਕਿਸੇ ਫਰਮ ਨੂੰ ਲਾਸ ਹੋ ਰਿਹਾ ਹੈ ਤਾਂ ਈਜ਼ੀਲੀ ਪਰਫੈਕਟ ਕੰਪੀਟੀਸ਼ਨ ਦੇ ਵਿੱਚੋਂ ਕੋਈ ਵੀ ਫਰਮ ਇੰਡਸਟਰੀ ਨੂੰ ਛੱਡ ਕੇ ਜਾ ਸਕਦੀ ਹੈ। ਤੇ ਨਿਊ ਫਰਮਸ ਕਹਿੰਦੇ ਕਿਸੇ ਵੀ ਟਾਈਮ ਐਂਟਰ ਹੋ ਸਕਦੀ ਹੈ, ਉਹਨੂੰ ਫਰੀडम ਹੈ, ਕਿਸੇ ਵੀ ਤਰ੍ਹਾਂ ਦੇ ਕੋਈ ਵੀ ਰੋਕ ਟੋਕ ਨਹੀਂ ਹੈ। ਲੇਕਿਨ ਅਗਰ ਆਪਾਂ ਗੱਲ ਕਰੀਏ ਮੋਨੋਪੋਲੀ ਦੇ ਕੇਸ ਦੇ ਵਿੱਚ ਤਾਂ ਇੱਥੇ ਰਿਸਟ੍ਰਿਕਸ਼ਨਸ ਔਨ ਦਾ ਐਂਟਰੀ ਆਫ ਨਿਊ ਫਰਮਸ। ਨਿਊ ਫਰਮਸ ਦੀ ਐਂਟਰੀ ਤੇ ਰਿਸਟ੍ਰਿਕਸ਼ਨ ਹੈ, ਕੋਈ ਵੀ ਨਿਊ ਫਰਮਸ ਐਂਟਰ ਨਹੀਂ ਹੋ ਸਕਦੀ, ਠੀਕ ਹੈ, ਮਾਰਕੀਟ ਦੇ ਵਿੱਚ, ਇੰਡਸਟਰੀ ਦੇ ਵਿੱਚ। ਐਂਡ ਦ ਸੈਕੰਡ ਨੈਕਸਟ ਇਜ਼ ਕੀਮਤ ਦੀ ਪੇਡ, ਪ੍ਰਾਈਸ ਡਿਸਕ੍ਰਿਮੀਨੇਸ਼ਨ, ਠੀਕ ਹੈ। ਤਾਂ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੇ ਵਿੱਚ ਕੀ ਹੈ, ਕਹਿੰਦੇ ਜਿਹੜੀ ਆਪਣੀ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਪ੍ਰਾਈਸਿਸ ਹੈ ਉਹ ਸੇਮ ਹੁੰਦਾ ਹੈ ਕਿਉਂਕਿ ਇੰਡਸਟਰੀ ਫਿਕਸ ਕਰਦੀ ਹੈ। ਹੋਮੋਜੀਨੀਅਸ ਪ੍ਰੋਡਕਟ ਹੁੰਦਾ ਤਾਂ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਨ੍ਹਾਂ ਗੁੱਡਸ ਨੂੰ ਸੇਲ ਕੀਤਾ ਜਾਂਦਾ ਹੈ ਉਹਨਾਂ ਸਭ ਦੀ ਸਭ ਸਾਰੇ ਗੁੱਡਸ ਵੀ ਸੇਮ ਹੋਣਗੇ ਤੇ ਉਹਨਾਂ ਦੇ ਪ੍ਰਾਈਸਿਸ ਵੀ ਸੇਮ ਹੋਣਗੇ। ਕੋਈ ਵੀ ਕਹਿੰਦੇ ਇੱਕ ਫਰਮ ਆਪਣੇ ਪ੍ਰਾਈਸਿਸ ਨੂੰ ਇਨਕਰੀਜ਼ ਡਿਕਰੀਜ਼ ਨਹੀਂ ਕਰ ਸਕਦੀ। ਅਗਰ ਉਹਨਾਂ ਨੇ ਆਪਣੇ ਇੱਕ ਫਰਮ ਨੇ ਪ੍ਰਾਈਸ ਨੂੰ ਇਨਕਰੀਜ਼ ਕੀਤਾ ਤਾਂ ਉਹਨਾਂ ਦੇ ਕਲੋਜ਼ ਸਬਸਟੀਟਿਊਸ਼ਨ ਹੁੰਦੇ ਨੇ ਤਾਂ ਕਸਟਮਰਸ ਉਸ ਫਰਮ ਦੀ ਪ੍ਰੋਡਕਟ ਦੀ ਡਿਮਾਂਡ ਘਟਾ ਕੇ ਦੂਸਰੇ ਪ੍ਰੋਡਕਟ ਦੀ ਡਿਮਾਂਡ ਇਨਕਰੀਜ਼ ਕਰਨਗੇ ਜਿਹਦੇ ਕਰਕੇ ਉਸ ਪ੍ਰੋਡਕਟ ਨੂੰ ਉਸ ਫਰਮ ਨੂੰ ਲਾਸ ਹੋ ਸਕਦਾ ਹੈ। ਲੇਕਿਨ ਮੋਨੋਪੋਲੀ ਦੇ ਵਿੱਚ ਪ੍ਰਾਈਸਿਸ ਤੇ ਫੁੱਲ ਕੰਟਰੋਲ ਹੈ। ਡਿਮਾਂਡ ਨੂੰ ਦੇਖਦੇ ਹੋਏ ਕੋਈ ਵੀ ਜਿਹੜੀ ਆਪਣੀ ਮੋਨੋਪੋਲੀ ਫਰਮ ਹੈ ਉਹ ਪ੍ਰਾਈਸਿਸ ਇਨਕਰੀਜ਼ ਵੀ ਕਰ ਸਕਦੀ ਹੈ ਤੇ ਪ੍ਰਾਈਸਿਸ ਡਿਕਰੀਜ਼ ਵੀ ਕਰ ਸਕਦੀ ਹੈ। ਤੇ ਉਸ ਤੋਂ ਬਾਅਦ ਹੈ ਡਿਮਾਂਡ, ਨੇਚਰ ਆਫ ਡਿਮਾਂਡ ਕਰਵ। ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀ ਡਿਮਾਂਡ ਕਰਵ ਹੈ ਮੀਨਸ ਆਪਣੀ ਪ੍ਰਾਈਸ ਡਿਮਾਂਡ ਨੂੰ ਆਪਾਂ ਪ੍ਰਾਈਸ ਕਰਵ ਵੀ ਕਹਿ ਸਕਦੇ ਹਾਂ ਕਿਉਂਕਿ ਡਿਮਾਂਡ ਦੇ ਥਰੂ ਆਪਾਂ ਨੂੰ ਕੀ ਮਿਲਣਾ ਹੁੰਦਾ ਹੈ, ਪ੍ਰਾਈਸ ਮਿਲਣਾ ਹੁੰਦਾ ਹੈ। ਪ੍ਰਾਈਸ ਇਜ਼ ਐਵਰੇਜ ਰੈਵਨਿਊ, ਠੀਕ ਹੈ। ਤਾਂ ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ AR ਇਕੁਅਲ ਟੂ MR ਇਕੁਅਲ ਟੂ ਆਪਣਾ P ਹੁੰਦਾ ਹੈ। ਤਾਂ ਇਹਦੇ ਵਿੱਚ ਜਿਹੜੀ ਐਵਰੇਜ ਰੈਵਨਿਊ ਕਰਵਸ ਅੰਡਰ ਪਰਫੈਕਟ ਕੰਪੀਟੀਸ਼ਨ ਤੇ ਪ੍ਰਾਈਸ ਕਰਵ ਹੈ ਉਹ ਕੀ ਹੁੰਦੀ ਹੈ, ਐਕਸ ਐਕਸਿਸ ਦੇ ਪੈਰਲਲ ਹੁੰਦੀ ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ। ਕਿ ਆਪਾਂ ਚਾਹੇ ਕੁਆਂਟੀਟੀ ਜ਼ਿਆਦਾ ਸੇਲ ਕਰੀਏ ਚਾਹੇ ਘੱਟ ਸੇਲ ਕਰੀਏ ਆਪਾਂ ਸੇਮ ਪ੍ਰਾਈਸ ਤੇ ਹਰ ਇੱਕ ਪ੍ਰੋਡਕਟ ਨੂੰ ਸੇਲ ਕਰਾਂਗੇ। ਲੇਕਿਨ ਮੋਨੋਪੋਲੀ ਦੇ ਵਿੱਚ ਜਿਹੜੀ AR ਤੇ MR ਕਰਵ ਹੈ ਮੀਨਸ ਡਿਮਾਂਡ ਕਰਵ ਕੀ ਹੁੰਦੀ ਹੈ, ਲੈਫਟ ਰਾਈਟ ਡਾਊਨਵਰਡ ਹੁੰਦੀ ਆ ਕਿਉਂਕਿ ਪ੍ਰਾਈਸਿਸ ਡਿਕਰੀਜ਼ ਹੋਣ ਤੇ ਆਪਣੀ ਆਊਟਪੁੱਟ ਇਨਕਰੀਜ਼ ਹੁੰਦੀ ਹੈ ਤੇ ਆਊਟਪੁੱਟ ਪ੍ਰਾਈਸਿਸ ਇਨਕਰੀਜ਼ ਹੋਣ ਤੇ ਆਊਟਪੁੱਟ ਡਿਕਰੀਜ਼ ਹੁੰਦੀ ਹੈ, ਠੀਕ ਹੈ। ਤੇ ਉਸ ਤੋਂ ਬਾਅਦ ਹੈ ਆਪਣਾ ਲਾਭ ਦੀ ਤੁਲਨਾ, ਮੈਕਸਿਮਮ ਪ੍ਰੋਫਿਟ ਦੀ ਗੱਲ ਕਰੀਏ ਤਾਂ ਕਹਿੰਦੇ ਸ਼ਾਰਟ ਰਨ ਤੇ ਲੌਂਗ ਰਨ ਦੀ ਗੱਲ ਕਰੀਏ। ਸ਼ਾਰਟ ਰਨ ਦੇ ਵਿੱਚ ਕਹਿੰਦੇ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜੀਆਂ ਫਰਮਸ ਨੇ ਉਹਨਾਂ ਨੂੰ ਸੁਪਰ ਨਾਰਮਲ ਪ੍ਰੋਫਿਟ ਤੇ ਮਿਨੀਮਮ ਲਾਸ ਹੋ ਸਕਦਾ ਹੈ। ਸੇਮ ਮੋਨੋਪੋਲੀ ਦੇ ਵਿੱਚ ਵੀ ਸ਼ਾਰਟ ਰਨ ਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਤੇ ਮਿਨੀਮਮ ਲਾਸ ਹੋਏਗਾ। ਲੇਕਿਨ ਲੌਂਗ ਰਨ ਦੇ ਵਿੱਚ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਓਨਲੀ ਕੀ ਹੋਏਗਾ, ਨਾਰਮਲ ਪ੍ਰੋਫਿਟ ਹੋਏਗਾ ਪਰਫੈਕਟ ਕੰਪੀਟੀਸ਼ਨ ਦੇ ਵਿੱਚ। ਕਿਉਂਕਿ ਅਗਰ ਸੁਪਰ ਨਾਰਮਲ ਪ੍ਰੋਫਿਟ ਤੇ ਲਾਸ ਹੈ ਤਾਂ ਨਿਊ ਫਰਮਸ ਐਂਟਰ ਹੋ ਜਾਣਗੀਆਂ ਤੇ ਪੁਰਾਣੀਆਂ ਫਰਮਸ ਲਾਸ ਟਾਈਮ ਛੱਡ ਕੇ ਚਲੇ ਜਾਣਗੀਆਂ ਜਿਹਦੇ ਥਰੂ ਸਪਲਾਈ ਘਟ ਜਾਏਗੀ ਇੰਡਸਟਰੀ ਦੇ ਵਿੱਚ ਤੇ ਪ੍ਰਾਈਸਿਸ ਇਨਕਰੀਜ਼ ਹੋ ਜਾਏਗੀ। ਫਿਰ ਤੋਂ ਲਾਸ ਤੇ ਆਪਾਂ ਨਾਰਮਲ ਪ੍ਰੋਫਿਟ ਤੇ ਪਹੁੰਚ ਜਾਵਾਂਗੇ। ਲੇਕਿਨ ਕਹਿੰਦੇ ਮੋਨੋਪੋਲੀ ਦੇ ਵਿੱਚ ਲੌਂਗ ਰਨ ਦੇ ਵਿੱਚ ਓਨਲੀ ਸੁਪਰ ਨਾਰਮਲ ਪ੍ਰੋਫਿਟ ਹੋ ਗਿਆ ਕਿਉਂਕਿ ਇੱਕੋ ਫਰਮ ਹੈ, ਠੀਕ ਹੈ, ਉਹ ਆਪਣਾ ਫੁੱਲੀ ਜੋ ਹੈ ਪ੍ਰੋਫਿਟ ਇੰਜੋਏ ਕਰਦੀ ਹੈ, ਠੀਕ ਹੈ, ਇਕੁਇਲਿਬਰੀਅਮ ਪ੍ਰਾਈਸ ਐਂਡ ਆਊਟਪੁੱਟ ਡਿਟਰਮੀਨੇਸ਼ਨ ਨੂੰ ਇੰਜੋਏ ਕਰਦੀ ਹੈ। ਐਂਡ ਉਸ ਤੋਂ ਬਾਅਦ
ਪੂਰਤੀ ਵਕਰ ਦੀ ਤੁਲਨਾ ਆਪਾਂ ਇੱਥੇ ਕਹਿ ਸਕਦੇ ਹਾਂ ਕਿ ਸਪਲਾਈ ਕਹਿੰਦੇ ਕੀ ਆ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਸਾਰੀਆਂ ਫਰਮਸ ਤੇ ਡਿਪੈਂਡ ਕਰਦੀ ਹੁੰਦੀ ਆ ਕਿਉਂਕਿ ਇੰਡਸਟਰੀ ਦੇ ਅੰਡਰ ਐਗਰੀਗੇਟ ਸਪਲਾਈ ਦੇਖੀ ਜਾਂਦੀ ਆ ਤਾਂ ਇੱਥੇ ਕਹਿੰਦੇ ਡਿਮਾਂਡ ਨੂੰ ਦੇਖਦੇ ਹੋਏ ਸਪਲਾਈ ਕੀਤੀ ਜਾਏਗੀ ਕਿਉਂਕਿ ਪ੍ਰਾਈਸਿਸ ਤਾਂ ਕੀ ਹੁੰਦੀਆਂ ਨੇ ਫਿਕਸ ਹੁੰਦੀਆਂ ਨੇ ਤੇ ਕਾਸਟ ਨੂੰ ਦੇਖਦੇ ਹੋਏ ਤੇ ਮੋਨੋਪੋਲੀ ਦੇ ਵਿੱਚ ਕਹਿੰਦੇ ਕੀ ਆ ਡਿਮਾਂਡ ਨੂੰ ਦੇਖਦੇ ਹੋਏ ਤੇ ਪ੍ਰਾਈਸਿਸ ਨੂੰ ਆਪਣੀ ਕਾਸਟ ਕਿਉਂਕਿ ਮੋਨੋਪੋਲੀ ਦੇ ਵਿੱਚ ਡਿਮਾਂਡ ਪ੍ਰਾਈਸਿਸ ਤੇ ਆਪਣਾ ਜੋ ਹੈ ਕਾਸਟ ਦਾ ਵੀ ਇਫੈਕਟ ਪੈਂਦਾ ਹੈ ਤੇ ਉਸ ਤੋਂ ਇਲਾਵਾ ਡਿਮਾਂਡ ਦਾ ਵੀ ਇਫੈਕਟ ਪੈਂਦਾ ਹੈ ਤਾਂ ਇਹ ਡਿਮਾਂਡ ਤੇ ਕਾਸਟ ਦੇ ਵਿੱਚ ਚੇਂਜ ਹੋਣ ਦੇ ਨਾਲ ਮੋਨੋਪੋਲੀ ਦੇ ਵਿੱਚ ਜੋ ਵੀ ਸਪਲਾਈ ਹੈ ਇੱਕੋ ਫਰਮ ਦੇ ਦੁਆਰਾ ਇਨਕਰੀਜ਼ ਡਿਕਰੀਜ਼ ਹੋਏਗੀ ਈਜ਼ੀਲੀ ਤੇ ਗੱਲ ਕਰੀਏ ਮੰਗ ਵਕਰ ਦੀ ਢਲਾਨ ਤਾਂ ਜਿਹੜੀ ਮੰਗ ਵਕਰ ਹੈ ਡਿਮਾਂਡ ਕਰਵ ਹੈ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਐਕਸ ਐਕਸਿਸ ਦੇ ਪੈਰਲਲ ਹੁੰਦੀ ਹੈ ਠੀਕ ਹੈ ਕਿਉਂਕਿ ਕਾਂਸਟੈਂਟ ਪ੍ਰਾਈਸ ਹੁੰਦਾ ਹੈ ਹੋਮੋਜੀਨੀਅਸ ਪ੍ਰੋਡਕਟ ਹੁੰਦੇ ਨੇ ਲੇਕਿਨ ਮੋਨੋਪੋਲੀ ਦੇ ਵਿੱਚ ਜਿਹੜੀ ਮੰਗ ਵਕਰ ਹੈ ਏਆਰ ਕਰਵ ਹੈ ਇਹ ਲੈਫਟ ਟੂ ਰਾਈਟ ਡਾਊਨਵਰਡ ਹੁੰਦੀ ਹੈ ਫਰਮਾਂ ਦਾ ਉਦੇਸ਼ ਦੋਨੇ ਫਰਮਾਂ ਦਾ ਉਦੇਸ਼ ਕੀ ਹੁੰਦਾ ਪ੍ਰੋਫਿਟ ਮੈਕਸਿਮਾਈਜੇਸ਼ਨ ਹੁੰਦਾ ਹੈ ਠੀਕ ਹੈ ਮੋਨੋਪੋਲੀ ਦਾ ਵੀ ਤੇ ਪਰਫੈਕਟ ਕੰਪੀਟੀਸ਼ਨ ਦਾ ਵੀ ਤੇ ਪ੍ਰਾਈਸਿਸ ਕਹਿੰਦੇ ਮੋਨੋਪੋਲੀ ਦੇ ਵਿੱਚ ਕੀ ਹੈ ਸੇਮ ਰਹੇਗਾ ਮੋਨੋਪੋਲੀ ਦੇ ਵਿੱਚ ਪ੍ਰਾਈਸਿਸ ਇੱਕੋ ਫਰਮ ਹੈ ਜਿਹੜੀ ਉਹ ਫਿਕਸ ਕਰਦੀ ਹੈ ਲੇਕਿਨ ਜਿਹੜੀ ਹੈ ਪਰਫੈਕਟ ਨਹੀਂ ਮੋਨੋਪੋਲੀ ਦੇ ਵਿੱਚ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੁੰਦਾ ਮੋਨੋਪੋਲੀ ਦੇ ਵਿੱਚ ਕਹਿੰਦੇ ਮੋਨੋਪੋਲੀ ਫਰਮਸ ਈਜ਼ੀਲੀ ਆਪਣਾ ਪ੍ਰਾਈਸ ਚੇਂਜ ਕਰ ਸਕਦੀ ਹੈ ਕਿਉਂਕਿ ਪ੍ਰਾਈਸ ਤੇ ਪੂਰਾ ਕੰਟਰੋਲ ਹੈ ਲੇਕਿਨ ਕਹਿੰਦੇ ਆਪਣੀ ਪਰਫੈਕਟ ਕੰਪੀਟੀਸ਼ਨ ਦੇ ਵਿੱਚ ਪ੍ਰਾਈਸਿਸ ਇੱਕੋ ਹੋਣਗੀਆਂ ਪ੍ਰਾਈਸਿਸ ਤੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਚੇਂਜ ਨਹੀਂ ਹੋਏਗਾ ਤੇ ਇੰਡਸਟਰੀ ਦੇ ਥਰੂ ਜੋ ਵੀ ਪਰਫੈਕਟ ਕੰਪੀਟੀਸ਼ਨ ਹੈ ਉਹਦੇ ਵਿੱਚ ਡਿਸੀਜਨਸ ਲਿੱਤੇ ਜਾਣਗੇ ਲੇਕਿਨ ਮੋਨੋਪੋਲੀ ਫਰਮ ਦੇ ਵਿੱਚ ਖੁਦ ਹੀ ਉਸ ਫਰਮ ਦੇ ਦੁਆਰਾ ਡਿਸੀਜਨਸ ਲਿੱਤੇ ਜਾਣਗੇ यूटिलाइजेशन ऑफ रिसोर्सिस कहते मोनोपली फर्म्स के द्वारा प्रॉपर यूटिलाइजेशन नहीं की जाती लेकिन परफेक्ट कंपीटिशन के जिन्ने भी रिसोर्सिस ने उन्होंने जी है प्रॉपर यूटिलाइजेशन फुल यूटिलाइजेशन की जाती है ये सीगा अपना इक्विलिब्रियम डिफरेंस बिटवीन द परफेक्ट कंपीटिशन एंड मोनोपली ਤੇ ਉਸ ਤੋਂ ਬਾਅਦ ਨੈਕਸਟ ਟੌਪਿਕ ਹੈ ਆਪਣਾ ਪ੍ਰਾਈਸ ਡਿਸਕ੍ਰਿਮੀਨੇਸ਼ਨ ਔਰ ਡਿਸਕ੍ਰਿਮੀਨੇਟਿੰਗ ਮੋਨੋਪੋਲੀ ਪ੍ਰਾਈਸ ਡਿਸਕ੍ਰਿਮੀਨੇਸ਼ਨ ਠੀਕ ਹੈ ਤਾਂ ਇਹ ਟੌਪਿਕ ਕਨਸੈਪਟ ਬਣਦਾ ਹੈ ਪ੍ਰਾਈਸ ਡਿਸਕ੍ਰਿਮੀਨੇਸ਼ਨ ਦਾ ਮਤਲਬ ਹੈ ਕਹਿੰਦੇ ਕੀਮਤ ਵਿਭੇਦ ਦਾ ਅਰਥ ਹੈ ਇੱਕ ਵਸਤੂ ਜਾਂ ਸੇਵਾ ਨੂੰ ਭਿੰਨ-ਭਿੰਨ ਕੀਮਤਾਂ ਤੇ ਵੇਚਣਾ ਕਹਿੰਦੇ ਮੋਨੋਪੋਲੀ ਦੇ ਅੰਦਰ ਕੀ ਕਰਦੇ ਨੇ ਜਿਹੜਾ ਇੱਕ ਸੈਲਰਸ ਹੁੰਦਾ ਜਦੋਂ ਉਹ ਆਪਣੇ ਪ੍ਰੋਡਕਟ ਨੂੰ ਸੇਲ ਕਰਦਾ ਹੈ ਤਾਂ ਉਹ ਡਿਫਰੈਂਟ ਜਿਹੜੀਆਂ ਪ੍ਰਾਈਸਿਸ ਨੇ ਉਹ ਚਾਰਜ ਕਰਦਾ ਹੈ ਡਿਫਰੈਂਟ ਕਸਟਮਰਸ ਨੂੰ ਅਕੋਰਡਿੰਗ ਟੂ ਸਿਚੁਏਸ਼ਨਸ ਨੂੰ ਦੇਖਦੇ ਹੋਏ ਕਹਿੰਦੇ ਡਿਫਰੈਂਟ ਪ੍ਰਾਈਸਿਸ ਆਫ ਦਾ ਸੇਮ ਪ੍ਰੋਡਕਟਸ ਫਰੋਮ ਡਿਫਰੈਂਟ ਕਸਟਮਰਸ ਔਰ ਡਿਫਰੈਂਟ ਇੰਡਸਟਰੀਜ਼ ਨੂੰ ਕਹਿੰਦੇ ਤੋਂ ਲਿਆ ਜਾਂਦਾ ਹੈ ਦਾ ਪ੍ਰਾਈਸ ਪਾਲਿਸੀ ਆਫ ਦਾ ਮੋਨੋਪੋਲਿਸਟਿਕ ਇਜ਼ ਕਾਸਟ ਪ੍ਰਾਈਸ ਡਿਸਕ੍ਰਿਮੀਨੇਸ਼ਨ ਤਾਂ ਇਸ ਨੂੰ ਕੀ ਕਹਿੰਦੇ ਆ ਪ੍ਰਾਈਸ ਡਿਸਕ੍ਰਿਮੀਨੇਸ਼ਨ ਕਹਿੰਦੇ ਆ ਤੁਸੀਂ ਵੀ ਜਾਣਦੇ ਹੋ ਬਾਜ਼ਾਰ ਦੇ ਵਿੱਚ ਤਾਂ ਆਪਾਂ ਕਈ ਵਾਰ ਕਸਟਮਰਸ ਨੂੰ ਦੇਖ ਕੇ ਆਪਾਂ ਤੋਂ ਪੈਸਾ ਲਿੱਤਾ ਜਾਂਦਾ ਕਿ ਹਾਂ ਇਸਨੇ ਦੇ ਦੇਣਾ ਆਪਾਂ ਇਸ ਨੂੰ ਜ਼ਿਆਦਾ ਪ੍ਰਾਈਸਿਸ ਲਗਾ ਦਿੰਦੇ ਆ ਕਿਸੇ ਨੂੰ ਘੱਟ ਤਾਂ ਪੁੱਛਦੇ ਆਪਾਂ ਬਾਅਦ ਦੇ ਵਿੱਚ ਕਿ ਤੈਨੂੰ ਕਿੰਨੇ ਦਾ ਦਿੱਤਾ ਹੈ ਉਹ ਕਹਿੰਦਾ ਮੈਨੂੰ 100 ਰੁਪੀਸ ਦਾ ਦਿੱਤਾ ਹੈ ਤੈਨੂੰ ਕਿੰਨੇ ਦਿੱਤਾ ਮੈਨੂੰ 80 ਰੁਪੀਸ ਦਾ ਦਿੱਤਾ ਤਾਂ ਇਟਸ ਮੀਨਸ ਡਿਫਰੈਂਟ ਕਸਟਮਰ ਤੋਂ ਡਿਫਰੈਂਟ ਪ੍ਰਾਈਸਿਸ ਮੋਨੋਪੋਲੀ ਦੇ ਥਰੂ ਚਾਰਜ ਕੀਤਾ ਜਾਂਦਾ ਹੈ ਦੈਟ ਇਜ਼ ਕਾਲਡ ਪ੍ਰਾਈਸ ਡਿਸਕ੍ਰਿਮੀਨੇਸ਼ਨ ਕਹਿੰਦੇ ਕਿਸ ਬੇਸ ਤੇ ਹੁੰਦਾ ਹੈ ਕਾਈਂਡਸ ਆਫ ਪ੍ਰਾਈਸ ਡਿਸਕ੍ਰਿਮੀਨੇਸ਼ਨ ਜਿਹੜਾ ਇਹ ਪ੍ਰਾਈਸ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ ਇਹ ਚਾਰ ਬੇਸਿਸ ਤੇ ਕੀਤਾ ਜਾਂਦਾ ਹੈ ਫਰਸਟ ਇਜ਼ ਕਹਿੰਦੇ ਪਰਸਨਲ ਪ੍ਰਾਈਸ ਡਿਸਕ੍ਰਿਮੀਨੇਸ਼ਨ ਜਿਹਨੂੰ ਵਿਅਕਤੀਗਤ ਭਿੰਨਤਾ ਕਹਿੰਦੇ ਆ ਕਹਿੰਦੇ ਵੱਖ-ਵੱਖ ਵਿਅਕਤੀਆਂ ਤੋਂ ਵੱਖ-ਵੱਖ ਜਿਹੜਾ ਪ੍ਰਾਈਸਿਸ ਹੈ ਚਾਰਜ ਕਰਨਾ ਕਹਿੰਦੇ ਜਦੋਂ ਕਹਿੰਦੇ ਮੋਨੋਪੋਲਿਸਟਿਕ ਚਾਰਜ ਕਰਦੀ ਹੈ ਡਿਫਰੈਂਟ ਪ੍ਰਾਈਸਿਸ ਫॉर ਡਿਫਰੈਂਟ ਕਸਟਮਰਸ ਦੈਨ ਦਾ ਸੇਮ ਪ੍ਰੋਡਕਟ ਦਾ ਪ੍ਰਾਈਸਿਸ ਡਿਫਰੈਂਟ ਕਸਟਮਰ ਤੋਂ ਡਿਫਰੈਂਟ ਪ੍ਰਾਈਸ ਚਾਰਜ ਕਰਦੇ ਆ ਤਾਂ ਉਹਨੂੰ ਪਰਸਨਲ ਪ੍ਰਾਈਸ ਡਿਸਕ੍ਰਿਮੀਨੇਸ਼ਨ ਕਹਿੰਦੇ ਆ ਜਿਵੇਂ ਪਰਸਨਲ ਪ੍ਰਾਈਸ ਡਿਸਕ੍ਰਿਮੀਨੇਸ਼ਨ ਬਿਕਮਸ ਪੋਸੀਬਲ ਬਿਕੋਜ਼ ਆਫ ਇਗਨੋਰੈਂਸ ਆਫ ਕਸਟਮਰ ਕਹਿੰਦੇ ਇਹ ਤਾਂ ਹੀ ਹੋ ਸਕਦਾ ਹੈ ਅਗਰ ਕਸਟਮਰਸ ਨੂੰ ਫੁੱਲ ਨੌਲੇਜ ਨਹੀਂ ਹੈਗੀ ਕਸਟਮਰਸ ਕੀ ਨੇ ਇਗਨੋਰੈਂਸ ਨੇ ਉਹਨਾਂ ਨੂੰ ਨੇਚਰ ਆਫ ਗੁਡਸ ਤੇ ਸਰਵਿਸਿਸ ਬਾਰੇ ਪ੍ਰੋਪਰ ਨੌਲੇਜ ਨਹੀਂ ਹੈਗੀ ਤਾਂ ਉਹ ਡਿਫਰੈਂਟ ਜਿਵੇਂ ਕਿ ਫੀਸ ਜਿਵੇਂ ਕਿ ਫੋਰ ਐਗਜ਼ਾਮਪਲ ਜਿਹੜੇ ਆਪਣੇ ਡਾਕਟਰਸ ਨੇ ਉਹਨਾਂ ਦੇ ਦੁਆਰਾ ਡਿਫਰੈਂਟ ਫੀਸਿਸ ਨੇ ਜਿਹੜੀਆਂ ਆਪਰੇਸ਼ਨ ਦੀਆਂ ਚਾਰਜ ਕੀਤੀਆਂ ਜਾਂਦੀਆਂ ਨੇ ਪੋਰਸ ਨੂੰ ਘੱਟ ਚਾਰਜ ਕੀਤੀਆਂ ਜਾਂਦੀਆਂ ਨੇ ਰਿਚ ਪਰਸਨਸ ਨੂੰ ਪੇਸ਼ੈਂਟਸ ਨੂੰ ਜ਼ਿਆਦਾ ਚਾਰਜ ਕੀਤੀਆਂ ਜਾਂਦੀਆਂ ਦਿਸ ਇਜ਼ ਦਾ individual differentiation price discrimination and next is the geographical price discrimination ਜਿਹਨੂੰ ਸਥਾਨਿਕ ਭਿੰਨਤਾ ਕਹਿੰਦੇ ਆ ਕਹਿੰਦੇ then a monopolistic charges different prices in different areas for the same products ਜਦੋਂ ਡਿਫਰੈਂਟ ਏਰੀਆਸ ਦੇ ਵਿੱਚ ਇੱਕੋ ਪ੍ਰੋਡਕਟ ਤੇ ਡਿਫਰੈਂਟ ਪ੍ਰਾਈਸਿਸ ਨੇ ਜਿਹੜੇ ਉਹ ਚਾਰਜ ਕੀਤੇ ਜਾਂਦੇ ਨੇ ਫੋਰ ਐਗਜ਼ਾਮਪਲ ਜਿਵੇਂ ਕਿ ਜੀਓਗ੍ਰਾਫਿਕਲ ਏਰੀਆ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੁੰਦਾ ਜਿਵੇਂ ਕਿ ਜਿਹਦੇ ਗੁਡਸ ਤੇ ਸਬਸਟੀਟਿਊਟਸ ਅਵੇਲੇਬਲ ਹੁੰਦੇ ਨੇ
ਮੋਨੋਪੋਲਿਸਟ ਉੱਥੇ ਲੈਸ ਜਿਹੜੇ ਪ੍ਰਾਈਸਿਸ ਨੇ ਚਾਰਜ ਕਰਦੇ ਨੇ, ਲੇਕਿਨ ਜਿੱਥੇ ਕਿਸੇ ਗੁੱਡ ਦਾ ਸਬਸਟੀਟਿਊਸ਼ਨ ਨਹੀਂ ਹੁੰਦਾ ਉੱਥੇ ਉਹ ਹਾਈ ਪ੍ਰਾਈਸਿਸ ਕੀ ਨੇ ਚਾਰਜ ਕਰਦੇ ਨੇ। ਜਿਵੇਂ ਕਿ ਅਗਰ ਉਹਨਾਂ ਦੀ ਪ੍ਰੋਡਕਸ਼ਨ ਇਨਕਰੀਜ਼ ਹੋ ਜਾਵੇ ਤਾਂ ਡੋਮੈਸਟਿਕ ਜਿਹੜੀ ਆਪਣੀ ਕੰਟਰੀ ਹੈ ਉਹਦੇ ਵਿੱਚ ਕੀ ਕਰਨਾ, ਡੋਮੈਸਟਿਕ ਏਰੀਆ ਦੇ ਵਿੱਚ ਹਾਈ ਪ੍ਰਾਈਸਿਸ ਚਾਰਜ ਕਰਨਾ, ਐਂਡ ਜਿਹੜੇ ਆਪਣੇ ਦੂਸਰੇ ਬਾਹਰਲੇ ਏਰੀਆਜ਼ ਨੇ ਉਹਨਾਂ ਦੇ ਵਿੱਚ ਲੈਸ ਪ੍ਰਾਈਸਿਸ ਚਾਰਜ ਕਰਨਾ, ਕਿਉਂਕਿ ਉੱਥੇ ਉਹਨਾਂ ਦੀ ਕਲੋਜ਼ ਸਬਸਟੀਟਿਊਸ਼ਨ ਨੇ। ਐਂਡ ਨੈਕਸਟ ਇਜ਼ ਪ੍ਰਾਈਸ ਡਿਸਕ੍ਰਿਮੀਨੇਸ਼ਨ ਅਕੋਰਡਿੰਗ ਟੂ ਯੂਜ਼, ਕਹਿੰਦੇ ਪ੍ਰਯੋਗ ਦੇ ਆਧਾਰ ਤੇ ਪ੍ਰਾਈਸ ਡਿਸਕ੍ਰਿਮੀਨੇਸ਼ਨ। ਕਹਿੰਦੇ ਬੈਨ ਨਾ ਮੋਨੋਪੋਲਿਸਟਿਕ ਚਾਰजेस ਡਿਫਰੈਂਟ ਪ੍ਰਾਈਸਿਸ ਫॉर ਡਿਫਰੈਂਟ ਯੂਜ਼ਸ ਆਫ ਅ ਪ੍ਰੋਡਕਟ। ਜਦੋਂ ਇੱਕ ਪ੍ਰੋਡਕਟ ਦੇ ਡਿਫਰੈਂਟ ਯੂਜ਼ਸ ਹੋਣ ਤੇ ਉਹਨਾਂ ਦੇ ਬੇਸ ਤੇ ਆਪਾਂ ਕੀ ਕਰਦੇ ਹਾਂ, ਪ੍ਰਾਈਸ ਡਿਸਕ੍ਰਿਮੀਨੇਸ਼ਨ ਕਰਦੇ ਹਾਂ। ਜਿਵੇਂ ਕਿ ਕਹਿੰਦੇ ਰੇਟ ਆਫ ਇਲੈਕਟ੍ਰਿਸਿਟੀ ਆਪਾਂ ਪ੍ਰੋਵਾਈਡ ਕਰਦੇ ਹਾਂ ਡੋਮੈਸਟਿਕ ਯੂਜ਼ਸ ਦੇ ਲਈ ਵੀ, ਕਮਰਸ਼ੀਅਲ ਯੂਜ਼ਸ ਦੇ ਲਈ ਵੀ। ਲੇਕਿਨ ਕਮਰਸ਼ੀਅਲ ਯੂਜ਼ਸ ਦੇ ਲਈ ਇਲੈਕਟ੍ਰਿਸਿਟੀ ਦਾ ਬਿੱਲ ਘੱਟ ਆਉਂਦਾ ਹੈ, ਲੇਕਿਨ ਜਿਹੜੀ ਪ੍ਰਾਈਸ ਹੈ ਡੋਮੈਸਟਿਕ ਯੂਜ਼ਸ ਦੇ ਲਈ ਉਹਦੇ ਕੰਪੈਰੀਜ਼ਨ ਜ਼ਿਆਦਾ ਹੁੰਦਾ ਹੈ। this is the price discrimination according to use, and the next is price discrimination according to time। ਕਹਿੰਦੇ ਟਾਈਮ ਦੇ ਬੇਸ ਤੇ ਵੀ ਜਿਹੜਾ ਹੈ ਪ੍ਰਾਈਸ ਡਿਸਕ੍ਰਿਮੀਨੇਸ਼ਨ ਕੀਤਾ ਜਾਂਦਾ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਟੈਲੀਫੋਨ ਹੈ, ਡਿਫਰੈਂਟ ਟਾਈਮ ਪੀਰੀਅਡਸ ਦੇ ਵਿੱਚ ਇਹਦੇ ਪ੍ਰਾਈਸਿਸ ਚਾਰजेस ਅਲੱਗ ਹੁੰਦੇ ਨੇ। ਮਾਰਨਿੰਗ ਐਂਡ ਨਾਈਟ ਦੇ ਟਾਈਮਸ ਜਿਹੜੀਆਂ ਕਾਲਸ ਨੇ ਉਹਨਾਂ ਦੇ ਪ੍ਰਾਈਸਿਸ ਘੱਟ ਹੁੰਦੇ ਨੇ, ਲੇਕਿਨ ਦਿਨ ਦੇ ਟਾਈਮਸ ਕਹਿੰਦੇ ਡਿਪਾਰਟਮੈਂਟ ਦਾ ਜਿਹੜਾ ਟੈਲੀਫੋਨ ਡਿਪਾਰਟਮੈਂਟਸ ਇਹ ਹਾਈ ਪ੍ਰਾਈਸਿਸ ਕੀ ਕਰਦਾ, ਚਾਰਜ ਕਰਦਾ। and the next is determination of price and output under discriminating monopoly। ਕਹਿੰਦੇ ਇਹਦੇ ਵਿੱਚ ਇਹ ਧਿਆਨ ਰੱਖਣ ਦੀ ਲੋੜ ਹੈ ਕਿ ਹਾਊ ਮਚ ਟੂ ਪ੍ਰੋਡਿਊਸ, ਕਿ ਕਿੰਨਾ ਕਿਸੇ ਮੋਨੋਪੋਲੀ ਫਾਰਮ ਨੇ ਪ੍ਰੋਡਿਊਸ ਕਰਨਾ ਹੈ, ਹਾਊ ਮਚ ਟੂ ਸੈਲ ਇਨ ਦਾ ਡਿਫਰੈਂਟ ਮਾਰਕੀਟ, ਕਿ ਕਿਸ ਮਾਰਕੀਟ ਦੇ ਵਿੱਚ ਕਿਸ ਚੀਜ਼ ਦੀ ਡਿਮਾਂਡ ਜ਼ਿਆਦਾ ਹੈ, ਉੱਥੇ ਕਿੰਨਾ ਸੇਲ ਕਰਨਾ ਹੈ, ਐਟ ਵਟ ਪ੍ਰਾਈਸ, ਕਿ ਕਿਸ ਪ੍ਰਾਈਸ ਤੇ ਡਿਫਰੈਂਟ ਮਾਰਕੀਟ ਦੇ ਵਿੱਚ ਆਪਾਂ ਪ੍ਰੋਡਕਟਸ ਨੂੰ ਸੇਲ ਕਰਨਾ ਹੈ। ਐਂਡ ਉਸ ਤੋਂ ਬਾਅਦ ਇਸ ਦੇ ਵਿੱਚ ਇੱਕ ਟੌਪਿਕ ਹੈ ਡੰਪਿੰਗ। ਤੇ ਇਸ ਤੋਂ ਬਾਅਦ ਡਿਗਰੀ ਆਫ ਪ੍ਰਾਈਸ ਡਿਸਕ੍ਰਿਮੀਨੇਸ਼ਨ। ਪ੍ਰਾਈਸ ਡਿਸਕ੍ਰਿਮੀਨੇਸ਼ਨ ਦੀਆਂ ਡਿਗਰੀਜ਼ ਵੀ ਹੁੰਦੀਆਂ ਨੇ। ਫਸਟ ਡਿਗਰੀ ਡਿਸਕ੍ਰਿਮੀਨੇਸ਼ਨ, ਸੈਕੰਡ ਡਿਗਰੀ ਡਿਸਕ੍ਰਿਮੀਨੇਸ਼ਨ ਐਂਡ ਥਰਡ ਡਿਗਰੀ ਡਿਸਕ੍ਰਿਮੀਨੇਸ਼ਨ। 3 ਡਿਗਰੀਜ਼ ਹੁੰਦੀਆਂ ਨੇ ਪ੍ਰਾਈਸ ਡਿਸਕ੍ਰਿਮੀਨੇਸ਼ਨ ਦੀਆਂ। ਐਂਡ ਕਹਿੰਦੇ ਡਿਸਕ੍ਰਿਮੀਨੇਸ਼ਨ ਹੁੰਦਾ ਜਿਹੜਾ ਪ੍ਰਾਈਸ ਡਿਸਕ੍ਰਿਮੀਨੇਸ਼ਨ ਹੈ ਪ੍ਰੋਫਿਟੇਬਲਸ ਹੁੰਦਾ ਫॉर ਦਾ ਮੋਨੋਪੋਲੀ। ਐਂਡ ਉਸ ਤੋਂ ਬਾਅਦ ਸੀਗਾ ਆਪਣਾ ਡੰਪਿੰਗ। ਕਹਿੰਦੇ ਇੱਥੇ ਇੱਕ ਪੁਆਇੰਟ ਹੈ ਡੰਪਿੰਗ। ਕਹਿੰਦੇ ਮੋਨੋਪੋਲੀ ਦੇ ਵਿੱਚ ਮੋਸਟਲੀ ਡੰਪਿੰਗ ਕੀਤੀ ਜਾਂਦੀ ਆ। ਡੰਪਿੰਗ ਕੀ ਹੁੰਦੀ ਹੈ, ਇਹ ਤੁਹਾਨੂੰ ਸ਼ਾਰਟ ਕੁਐਸਚਨ ਆ ਸਕਦਾ। ਡੰਪਿੰਗ ਇਜ਼ ਦਾ ਸਪੈਸ਼ਲ ਫਾਰਮ ਆਫ ਪ੍ਰਾਈਸ ਡਿਸਕ੍ਰਿਮੀਨੇਸ਼ਨ। ਪ੍ਰਾਈਸ ਡਿਸਕ੍ਰਿਮੀਨੇਸ਼ਨ ਦੀ ਸਪੈਸ਼ਲ ਫਾਰਮ ਹੈ। ਇਟ ਮੀਨਸ ਸੈਲਿੰਗ ਦਾ ਪ੍ਰੋਡਕਟਸ ਇਨ ਦਾ ਫੋਰਨ ਮਾਰਕੀਟ ਐਟ ਆ ਪ੍ਰਾਈਸ ਲੋਅਰ ਦੈਨ ਇਟ ਡੋਮੈਸਟਿਕ ਮਾਰਕੀਟ। ਕਿ 2 ਮਾਰਕੀਟਸ ਨੇ, ਇੱਕ ਤਾਂ ਹੈਗੀ ਆਪਣੀ ਡੋਮੈਸਟਿਕ ਮਾਰਕੀਟ ਹੈ, ਦੂਸਰਾ ਹੈ ਆਪਣੀ ਫੋਰਨ ਮਾਰਕੀਟ। ਤਾਂ 2 ਮਾਰਕੀਟਸ ਦੇ ਵਿੱਚ ਅਗਰ ਮੋਨੋਪੋਲੀ ਫਰਮਸ ਨੇ ਆਪਣੇ ਗੁड्स ਨੂੰ ਸੇਲ ਕਰਨਾ ਹੈ ਤਾਂ ਉਹ ਕੀ ਕਰਨਗੇ, ਫੇਸ 2 ਟਾਈਪ ਆਫ ਮਾਰਕੀਟ। ਉਹ 2 ਟਾਈਪ ਆਫ ਮਾਰਕੀਟ ਨੂੰ ਫੇਸ ਕਰ ਰਹੇ ਨੇ। ਹੁਣ ਡੋਮੈਸਟਿਕ ਮਾਰਕੀਟ ਦੇ ਵਿੱਚ ਕੀ ਆ, ਉਹਨਾਂ ਫਰਮਸ ਦੀ ਮੋਨੋਪੋਲੀ ਕੰਟਰੋਲ ਹੈ। ਮੋਨੋਪੋਲੀ ਫਰਮਸ ਦਾ ਕੰਟਰੋਲ ਹੈ ਡੋਮੈਸਟਿਕ ਮਾਰਕੀਟ ਦੇ ਵਿੱਚ। ਉਹਨਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਦਾ ਪ੍ਰੋਡਕਟਸ ਅਵੇਲੇਬਲ ਨਹੀਂ ਹੈਗਾ। ਤੇ ਫੋਰਨ ਮਾਰਕੀਟ ਵੇਅਰ ਇਜ਼ ਟੂ ਕੰਪੀਟ ਵਿਦ ਅਦਰ ਸੈਲਰਸ। ਫੋਰਨ ਡੋਮੈਸਟਿਕ ਮਾਰਕੀਟ ਦੇ ਵਿੱਚ ਕੋਈ ਵੀ ਕਲੋਜ਼ ਸਬਸਟੀਟਿਊਸ਼ਨ ਨਹੀਂ ਹੈਗਾ, ਮੀਨਸ ਮੇਰੀ ਹੀ ਮੋਨੋਪੋਲੀ ਹੈ, ਤਾਂ ਮੈਂ ਉੱਥੇ ਹਾਈ ਪ੍ਰਾਈਸਿਸ ਨੇ ਜਿਹੜੇ ਚਾਰਜ ਕਰ ਸਕਦੀ ਹਾਂ ਡੋਮੈਸਟਿਕ ਮਾਰਕੀਟ ਦੇ ਵਿੱਚ। ਉੱਥੋਂ ਫਿਰ ਮੈਂ ਕੀ ਕਰਦੀ ਹਾਂ, ਬਾਕੀ ਜੋ ਮੇਰੇ ਪ੍ਰੋਡਕਟਸ ਬਚ ਗਏ ਉਹਨਾਂ ਦੀ ਡੰਪਿੰਗ ਕਰਦੀ ਹਾਂ। ਡੰਪਿੰਗ ਕਰਕੇ ਉਹਨਾਂ ਨੂੰ ਫੋਰਨ ਮਾਰਕੀਟ ਦੇ ਵਿੱਚ ਮੈਂ ਸੇਲ ਕਰੂੰਗੀ। ਲੇਕਿਨ ਫੋਰਨ ਮਾਰਕੀਟ ਦੇ ਵਿੱਚ ਮੈਨੂੰ ਆਪਣੇ ਪ੍ਰੋਡਕਟਸ ਨੂੰ ਸੇਲ ਕਰਨ ਦੇ ਲਈ ਕੀ ਕਰਨਾ ਪਏਗਾ, ਕੰਪੀਟੀਸ਼ਨ ਕਰਨਾ ਪਏਗਾ, ਕਿਉਂਕਿ ਫੋਰਨ ਮਾਰਕੀਟ ਦੇ ਵਿੱਚ ਮੇਰੇ ਪ੍ਰੋਡਕਟਸ ਦੇ ਕੀ ਨੇ, ਕਲੋਜ਼ ਸਬਸਟੀਟਿਊਸ਼ਨ ਨੇ। ਠੀਕ ਹੈ, ਕਲੋਜ਼ ਸਬਸਟੀਟਿਊਸ਼ਨਸ ਨੇ। ਅਗਰ ਕਹਿੰਦੇ ਮੈਂ ਉੱਥੇ ਹਾਈ ਪ੍ਰਾਈਸ ਚਾਰਜ ਕਰੂੰਗੀ ਤਦ ਮੇਰੇ ਪ੍ਰੋਡਕਟ ਸੇਲ ਨਹੀਂ ਹੋਏਗਾ, ਤਦ ਉਹਨਾਂ ਦੇ ਕੰਪੈਰੀਜ਼ਨਸ ਫੋਰਨ ਮਾਰਕੀਟ ਦੇ ਵਿੱਚ ਮੈਨੂੰ ਆਪਣੇ ਪ੍ਰੋਡਕਟਸ ਦੀ ਜਿਹੜੀ ਹੈ ਪ੍ਰਾਈਸਿਸ ਲੈਸ ਰੱਖਣੀ ਪਏਗੀ, ਉਹੀ ਸੇਮ ਪ੍ਰੋਡਕਟਸ ਦੀ। ਠੀਕ ਹੈ, ਤਾਂ ਲੈਸ ਪ੍ਰਾਈਸਿਸ ਤੇ ਮੈਂ ਫੋਰਨ ਮਾਰਕੀਟ ਦੇ ਵਿੱਚ ਆਪਣੇ ਪ੍ਰੋਡਕਟਸ ਨੂੰ ਕੀ ਕਰੂੰਗੀ, ਲੋਅਰ ਪ੍ਰਾਈਸਿਸ ਤੇ ਸੇਲ ਕਰੂੰਗੀ। ਕਹਿੰਦੇ ਡੰਪਿੰਗ ਇਜ਼ ਰੀਸਟੋਰ ਟੂ ਵਿਦ ਦਾ ਵਿਊ ਟੂ ਅਚੀਵਿੰਗ ਸੈਵਰਲ ਆਬਜੈਕਟਿਵਸ। ਕਹਿੰਦੇ ਡੰਪਿੰਗ ਦੇ ਥਰੂ ਆਪਾਂ ਸੈਵਰਲ ਪ੍ਰੋਡਕਟ ਨੇ ਜਿਹੜੇ ਆਬਜੈਕਟਿਵਸ ਲੈ ਸਕਦੇ ਹਾਂ। ਇੱਕ ਜਗ੍ਹਾ ਤੋਂ ਪ੍ਰੋਡਕਟਸ ਨੂੰ ਦੂਸਰੀ ਜਗ੍ਹਾ ਤੇ ਵੇਚ ਕੇ, ਸਟੋਰ ਕਰਕੇ, ਟੂ ਕੰਪੀਟ ਆਊਟ ਰਾਈਵਲਸ ਇਨ ਦਾ ਫੋਰਨ ਮਾਰਕੀਟ। ਪ੍ਰਾਈਸਿਸ ਘੱਟ ਕਰਕੇ ਆਪਾਂ ਡੰਪਿੰਗ ਦੇ ਥਰੂ ਕੀ ਕਰ ਸਕਦੇ ਹਾਂ, ਰਾਈਵਲਸ ਨੂੰ ਕੰਪੀਟ ਕਰ ਸਕਦੇ ਹਾਂ ਐਂਡ ਐਡਵਾਂਟੇਜ ਲੈ ਸਕਦੇ ਹਾਂ ਇਨਕਰੀਜ਼ਿੰਗ ਰਿਟਰਨਸ ਦਾ। ਅਗਰ ਆਪਣੀ ਆਊਟਪੁੱਟ ਇਨਕਰੀਜ਼ ਹੋ ਰਹੀ ਹੈ, ਠੀਕ ਹੈ, ਡਿਮਾਂਡ ਦੇ ਨਾਲੋਂ ਸਪਲਾਈ ਜ਼ਿਆਦਾ ਹੈ, ਤਦ ਆਪਾਂ ਨੂੰ ਸਟੋਰ ਕਰਕੇ ਦੂਸਰੀ ਮਾਰਕੀਟ ਦੇ ਵਿੱਚ, ਫੋਰਨ ਮਾਰਕੀਟ ਦੇ ਵਿੱਚ ਲੈਸ ਪ੍ਰਾਈਸਿਸ ਤੇ ਸੇਲ ਕਰ ਸਕਦੇ ਹਾਂ। ਐਂਡ ਫੋਰਨ ਮਾਰਕੀਟ ਦੇ ਵਿੱਚ ਆਪਣੇ ਪ੍ਰੋਡਕਟਸ ਦੀ ਡਿਮਾਂਡ ਵੀ ਕ੍ਰੀਏਟ ਕਰ ਸਕਦੇ ਹਾਂ ਲੋਅਰ ਪ੍ਰਾਈਸਿਸ ਦੇ ਥਰੂ। ਐਂਡ ਉਸ ਤੋਂ ਬਾਅਦ ਸਰਪਲਸ ਸਟਾਕ ਨੂੰ ਵੀ ਕਹਿੰਦੇ ਆਪਾਂ ਗੈਟ ਰਿਡ, ਮੀਨਸ
ਫੋਰਨ ਮਾਰਕੀਟ ਦੇ ਵਿੱਚ ਸੇਲ ਕਰਕੇ ਡਿਮਾਂਡ ਤੇ ਸਪਲਾਈ ਨੂੰ ਇਕੁਅਲ ਕਰ ਸਕਦੇ ਹਾਂ ਐਂਡ ਆਪਾਂ ਡਿਫਰੈਂਟ ਜਿਹੜੀਆਂ ਹੈ ਪ੍ਰਾਈਸਿਸ ਦੇ ਥਰੂ ਡਿਫਰੈਂਟ ਏਰੀਆਜ਼ ਦੇ ਵਿੱਚ ਪ੍ਰੋਡਕਟਸ ਨੂੰ ਸੇਲ ਕਰਕੇ ਆਪਣੀ ਜੋ ਹੈ ਪ੍ਰੋਫਿਟ ਮੈਕਸਿਮਮ ਕਰ ਸਕਦੇ ਹਾਂ। ਤਾਂ ਇਹ ਸੀਗੀ ਆਪਣੀ ਡੰਪਿੰਗ। ਤਾਂ ਇਹ ਸੀਗਾ ਆਪਣਾ ਅੱਜ ਦਾ ਟੌਪਿਕਸ, ਜਿਹਦੇ ਵਿੱਚ ਆਪਾਂ ਨੇ ਸਭ ਤੋਂ ਪਹਿਲਾਂ ਸ਼ਾਰਟ ਰਨ ਐਂਡ ਲੌਂਗ ਰਨ ਦੇ ਵਿੱਚ ਪ੍ਰਾਈਸ ਐਂਡ ਇਕੁਇਲਿਬਰੀਅਮ ਦੇਖਿਆ, ਆਊਟਪੁੱਟ ਇਕੁਇਲਿਬਰੀਅਮਸ, ਜਿਹਦੇ ਵਿੱਚ ਸ਼ਾਰਟ ਰਨ ਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਐਂਡ ਮਿਨੀਮਮ ਲਾਸ ਹੋ ਸਕਦਾ ਹੈ ਐਂਡ ਲੌਂਗ ਰਨ ਦੇ ਵਿੱਚ ਹਮੇਸ਼ਾ ਹੀ ਇੱਕ ਫਰਮ ਮੋਨੋਪੋਲੀ ਦੇ ਵਿੱਚ ਸੁਪਰ ਨਾਰਮਲ ਪ੍ਰੋਫਿਟ ਅਰਨ ਕਰੇਗੀ, ਕਿਉਂਕਿ ਨਿਊ ਫਰਮਸ ਐਂਟਰ ਨਹੀਂ ਹੋ ਸਕਦੀਆਂ। ਐਂਡ ਉਸ ਤੋਂ ਬਾਅਦ ਸੀਗਾ ਆਪਣਾ ਪ੍ਰਾਈਸ ਡਿਸਕ੍ਰਿਮੀਨੇਸ਼ਨਸ, ਜਿਹਦੇ ਵਿੱਚ ਆਪਾਂ ਨੇ ਦੇਖਿਆ ਸੀਗਾ ਕਿ ਡਿਫਰੈਂਟ ਕਸਟਮਰਸ ਨੂੰ ਡਿਫਰੈਂਟ ਪ੍ਰਾਈਸਿਸ ਚਾਰਜ ਕਰਨੇ, ਤਾਂ ਇਹ ਇੰਡੀਵਿਜੂਅਲੀ ਪਰਸਨਲ ਬੇਸਿਸ ਹੋ ਸਕਦੇ ਨੇ, ਜੀਓਗ੍ਰਾਫਿਕਲ ਬੇਸਿਸ ਹੋ ਸਕਦੇ ਨੇ, ਟਾਈਮ ਦੇ ਬੇਸਿਸ ਤੇ ਹੋ ਸਕਦੇ ਨੇ, ਠੀਕ ਹੈ। ਐਂਡ ਉਸ ਤੋਂ ਬਾਅਦ ਸੀਗਾ ਆਪਣਾ ਯੂਜ਼ ਦੇ ਬੇਸ ਤੇ ਹੋ ਸਕਦੇ ਨੇ, ਤੇ ਉਸ ਤੋਂ ਬਾਅਦ ਕੰਪੈਰੀਜ਼ਨ ਬਿਟਵੀਨ ਪਰਫੈਕਟ ਕੰਪੀਟੀਸ਼ਨ ਐਂਡ ਮੋਨੋਪੋਲੀ ਐਂਡ ਡੰਪਿੰਗ। ਤੇ ਅੱਜ ਦਾ ਆਪਣਾ ਟੌਪਿਕ ਇੱਥੇ ਹੀ ਖਤਮ ਹੁੰਦਾ ਹੈ। ਧੰਨਵਾਦ।